ਕੈਪਟਨ ਅਮਰਿੰਦਰ ਸਿੰਘ ਇੰਨੀ ਕੁ ਜੁਰਤ ਰੱਖਣ ਕਿ ਜਿੱਦਾਂ ਆਪਾਂ ਕਹਿੰਦੇ ਹਾਂ ਪੰਜਾਬੀ 'ਚ ਕਿ ਆਰ-ਪਾਰ ਦੀ ਲੜਾਈ ਲਈ ਤਿਆਰ ਹੋ ਜਾਣ। ਉਹ ਕਹਿ ਦੇਣ ਕਿ ਪੰਜਾਬ ਦੀ ਵਿਧਾਨ ਸਭਾ ਇਹਨਾਂ ਕਾਨੂੰਨਾਂ ਨੂੰ ਪੰਜਾਬ ਦੇ ਲੋਕ, ਕਿਉਂਕਿ ਅਸੀਂ ਪੰਜਾਬ ਦੇ ਲੋਕਾਂ ਪੌਣੇ 3 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦੇ ਹਾਂ, ਕਿ ਅਸੀਂ ਇਹਨਾਂ ਨੂੰ ਮੁੱਢੋਂ ਰੱਦ ਕਰਦੇ ਹਾਂ। ਅੱਜ ਫੈਡਰਲ ਢਾਂਚੇ ਨੂੰ ਬਹੁਤ ਵੱਡੇ ਪੱਧਰ ਤੇ ਸਹੀ ਮਾਇਨਿਆਂ 'ਚ ਖਤਰਾ ਵਾ। ਔਰ ਜੇ ਇਸੇ ਤਰ੍ਹਾਂ ਹੀ ਕੇਂਦਰੀਕਰਨ ਹੁੰਦਾ ਰਿਹਾ ਸ਼ਕਤੀਆਂ ਦਾ, ਸਟੇਟਾਂ ਜਿਹੜੀਆਂ ਨੇ ਉਹ ਬਿਲਕੁਲ ਯਕੀਨ ਕਰਨਾ ਜਿੱਦਾਂ ਮਿਊਨਿਸਪੈਲਿਟੀਆਂ ਹੁੰਦੀਆਂ ਨੇ ਉੱਦਾਂ ਬਣ ਕੇ ਰਹਿ ਜਾਣ, ਮਤਲਬ ਯੂਨੀਅਨ ਟੈਰੀਟਰੀਜ਼ ਬਣ ਕੇ ਰਹਿ ਜਾਣ। ਅਮਰਿੰਦਰ ਸਿੰਘ ਦੀ ਨਾ ਹੁਣ ਇਮਤਿਹਾਨ ਦੀ ਘੜੀ ਕਿ ਕੀ ਉਹ ਵਿਧਾਨ ਸਭਾ ਵਿੱਚ ਜਿੱਦਾਂ ਕਹਿੰਦੇ ਕਿ ਸਿਰਫ ਫੇਸ ਸੇਵਿੰਗ ਕੋਈ ਰੈਜ਼ੋਲੂਸ਼ਨ ਲੈ ਕੇ ਆਉਂਦੇ ਨੇ ਕਿ ਮੈਂ ਜਵਾਬ ਦਿਆਂ ਪੰਜਾਬ ਦੇ ਲੋਕਾਂ ਨੂੰ, ਤੇ ਮੈਂ ਦਰਮਿਆਨਾ ਜਿਹਾ ਰਾਹ ਚੁਣਨਾ ਜਿਹਦੇ ਨਾਲ ਮੈਂ ਕੇਂਦਰ ਵੀ ਨਾਰਾਜ਼ ਨਾ ਕਰਾਂ, ਤੇ ਕੀ ਜਾਂ ਫਿਰ ਉਹ ਡਟ ਕੇ ਉਹ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਦੇ ਆ ਤੇ ਕਿਸੇ ਤਰ੍ਹਾਂ ਦਾ ਕੋਈ ਵਿੰਡਿਕਟਿਵ ਐਕਸ਼ਨ ਇਸ ਸੰਘਰਸ਼ ਤੇ ਨਹੀਂ ਲੈਣਗੇ। ਇਹ ਗੱਲ ਹੁਣ ਅਮਰਿੰਦਰ ਸਿੰਘ ਦੀ ਪਰਖ ਦੀ ਘੜੀ। ਅਕਾਲੀ ਦਲ ਦਾ ਸੰਘਰਸ਼ ਸੀਗਾ ਜਦੋਂ ਦਾ ਬਾਦਲ ਪਰਿਵਾਰ ਦੇ ਹੱਥ ਵਿੱਚ ਆਇਆ, ਉਦੋਂ ਦਾ ਉਹਨਾਂ ਨੇ ਆਪਣਾ ਏਜੰਡਾ ਹੀ ਛੱਡਤਾ ਸਾਰਾ। ਸੁਖਬੀਰ ਬਾਦਲ ਆਪ ਹੀ ਖੁਦ ਕਾਰਪੋਰੇਟ ਹੈ, ਦੂਜਿਆਂ ਨੂੰ ਕੀ ਕਹੂਗਾ? ਅੰਬਾਨੀਆਂ ਅਡਾਨੀਆਂ ਨੂੰ ਤਾਂ ਸਵਾਲ ਕੋਈ ਬੰਦਾ ਜਿਹੜਾ ਬਿਲਕੁਲ ਸਧਾਰਨ ਲੀਡਰ ਆ ਕੋਈ ਉਹ ਕਰ ਸਕਦਾ। ਇਹਨਾਂ ਦੇ ਤਾਂ ਆਪਣੇ 7 ਸਟਾਰ ਹੋਟਲ ਨੇ, ਸੈਂਕੜੇ ਬੱਸਾਂ ਨੇ, ਏਵੀਏਸ਼ਨ ਜਹਾਜ਼ਾਂ ਦੀਆਂ ਕੰਪਨੀਆਂ ਨੇ, ਆਪਣਾ ਪਰਸਨਲ ਜਹਾਜ਼ ਆ। ਸੋ ਇਸ ਕਰਕੇ ਅਕਾਲੀ ਦਲ ਮੋਰਲੀ ਅੱਜ ਦੀ ਡੇਟ ਵਿੱਚ ਨਾ ਫੈਡਰਲਿਜ਼ਮ ਦੀ ਗੱਲ ਕਹਿਣ ਤੇ ਯੋਗ ਹੀ ਨਹੀਂ ਰਿਹਾ। ਸਵਾਗਤ ਹੈ ਜੀ, ਜਗਬਾਣੀ ਦੇਖ ਰਹੇ ਹੋ ਤੁਸੀਂ। ਪੰਜਾਬ ਦੇ ਵਿੱਚ ਕਿਸਾਨ ਸੰਘਰਸ਼ ਚੱਲ ਰਿਹਾ ਹੈ। ਉਸੇ ਕਿਸਾਨ ਸੰਘਰਸ਼ ਦੀ ਇੱਕ ਮੰਗ ਸੀ ਕਿਸਾਨ ਜਥੇਬੰਦੀਆਂ ਦੀ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਹ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਨ ਸੰਬੰਧੀ ਕੋਈ ਮਤਾ ਲਿਆਂਦਾ ਜਾਵੇ ਜਾਂ ਕੋਈ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਲਿਆਵੇ ਪੰਜਾਬ ਸਰਕਾਰ ਕਿ ਆਪਣੇ ਆਪ ਜਿਹੜੇ ਨੇ ਨੈਗੇਟ ਹੋ ਜਾਣ, ਨਲੀਫਾਈ ਹੋ ਜਾਣ, ਇਹ ਪ੍ਰਭਾਵਹੀਨ ਹੋ ਜਾਣ। ਇਸ ਤੇ ਗੱਲਬਾਤ ਚੱਲ ਰਹੀ ਹੈ। ਵਿਧਾਨ ਸਭਾ ਦਾ ਸੈਸ਼ਨ ਸੱਦ ਲਿਆ ਗਿਆ। ਹੁਣ ਸਰਕਾਰ ਕਿਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ, ਕਿਸ ਤਰ੍ਹਾਂ ਦਾ ਕੋਈ ਅਮੈਂਡਮੈਂਟ ਲੈ ਕੇ ਆਉਂਦੀ ਹੈ APMC ਦੇ ਵਿੱਚ ਜਾਂ ਕੀ ਕਰਦੀ ਹੈ, ਇਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਕਿਸਾਨ ਸੰਘਰਸ਼ ਦੀਆਂ 2 ਡਾਇਮੈਂਸ਼ਨਸ ਨੇ ਇਸ ਵਕਤ ਪੰਜਾਬ 'ਚ, 2 ਦਿਸ਼ਾਵਾਂ ਨੇ। ਇੱਕ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਹੈ, ਇੱਕ ਸ਼ੰਭੂ ਦੇ ਵਿੱਚ ਮੋਰਚਾ ਲੱਗਿਆ ਹੋਇਆ, ਉਹਦਾ ਆਪਣਾ ਸੰਘਰਸ਼ ਹੈ। ਉਹ ਉੱਥੇ ਬੈਠੇ ਨੇ ਕਈ ਦਿਨ ਤੋਂ ਦੀਪ ਸਿੱਧੂ ਦੀ ਅਗਵਾਈ 'ਚ। ਐਕਟਰ ਜਿਹੜੇ ਨੇ ਹੁਣ ਟਰਨ ਹੋ ਗਏ ਨੇ ਸਮਾਜ ਸੇਵੀ ਜਾਂ ਮੁੱਦਿਆਂ ਨੂੰ ਸਾਹਮਣੇ ਲਿਆਉਣ ਵਾਲੇ ਦੇ ਰੂਪ 'ਚ। ਉੱਥੇ ਹੀ ਸੁਖਪਾਲ ਸਿੰਘ ਖਹਿਰਾ ਵੀ ਪਹੁੰਚੇ। ਸੁਖਪਾਲ ਸਿੰਘ ਖਹਿਰਾ ਦੇ ਜੋ ਉੱਥੇ ਉਹਨਾਂ ਨੇ ਗੱਲਾਂ ਕਹੀਆਂ ਉਹਨਾਂ ਦੀ ਬੜੀ ਚਰਚਾ ਹੋ ਰਹੀ ਹੈ। ਵਿਧਾਨ ਸਭਾ ਦਾ ਸੈਸ਼ਨ ਵੀ ਆ ਰਿਹਾ ਹੈ। ਬਤੌਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਜਾਣਗੇ, ਉਹਨਾਂ ਦੇ ਨਾਲ ਗੱਲਬਾਤ ਅੱਜ ਕਰਾਂਗੇ ਕਿਸਾਨ ਸੰਘਰਸ਼ ਨੂੰ ਲੈ ਕੇ ਔਰ ਸਾਡੇ ਜਿਹੜੇ ਮੁੱਦੇ ਨੇ ਇਹਨਾਂ ਦਾ ਕੀ ਹੱਲ ਹੋ ਸਕਦਾ ਕਿਸਾਨੀ ਦੇ ਮੁੱਦਿਆਂ ਦਾ ਵਿਧਾਨ ਸਭਾ ਦੇ ਅੰਦਰ। ਖਹਿਰਾ ਸਾਹਿਬ ਸਵਾਗਤ ਹੈ। ਬਹੁਤ ਸ਼ੁਕਰੀਆ, ਸਭ ਨੂੰ ਮੇਰੀ ਫਤਿਹ ਜੀ। ਹਾਂਜੀ ਖਹਿਰਾ ਸਾਹਿਬ, ਕੀ APMC ਐਕਟ ਦੇ ਵਿੱਚ ਬਦਲਾਅ ਦੀਆਂ ਗੱਲਾਂ ਹੋ ਰਹੀਆਂ ਨੇ, ਅਮੈਂਡਮੈਂਟਸ ਦੀ ਗੱਲ ਹੋ ਰਹੀ ਹੈ, ਜਾਂ ਟੋਟਲ ਪੰਜਾਬ ਨੂੰ ਇੱਕ ਮੰਡੀ ਐਲਾਨਤਾ ਜਾਵੇ ਤਾਂ ਕਿ ਕੋਈ ਟੈਕਸ ਤੋਂ ਬਚ ਨਾ ਪਾਵੇ ਕੋਈ ਪ੍ਰਾਈਵੇਟ ਬੰਦਾ ਵੀ? ਸਰਕਾਰ ਉਹ ਤਾਂ ਚਲੋ ਆਪਣਾ ਖਜ਼ਾਨਾ ਤਾਂ ਭਰ ਲੂ, ਪਰ ਕਿਸਾਨਾਂ ਨੂੰ ਬਚਾਉਣ ਦੇ ਲਈ ਕੀ ਕੀਤਾ ਜਾਵੇ? ਗੁਰਪ੍ਰੀਤ ਜੀ, ਮੈਨੂੰ ਲੱਗਦਾ ਕਿ ਜਿਹੜਾ ਇਹ ਵਿਧਾਨ ਸਭਾ ਦਾ ਸੈਸ਼ਨ ਹੈ ਨਾ, ਇਹ ਸਹੀ ਮਾਇਨਿਆਂ ਵਿੱਚ ਇੱਕ ਸਿਆਸੀ ਸੁਨੇਹਾ ਦੇਗੀ ਦਿੱਲੀ ਨੂੰ। ਹਾਲਾਂਕਿ ਸਰਕਾਰ ਦੀ ਹਰ ਮੁਮਕਿਨ ਕੋਸ਼ਿਸ਼ ਹੋਵੇਗੀ ਕਿ ਅਸੀਂ ਜਿੱਦਾਂ ਤੁਸੀਂ ਕਿਹਾ ਕਿ ਇੱਕ ਸਟੇਟ ਨੂੰ ਪੂਰੀ ਮੰਡੀ ਡਿਕਲੇਅਰ ਕਰ ਦਈਏ ਜਾਂ ਕੋਈ ਹੋਰ ਸੈਂਟਰ ਪਾਥ ਲੱਭ ਰਹੀਏ, ਪਰ ਮੇਰਾ ਇਹ ਮੰਨਣਾ ਵਾ, ਜਿੰਨੀ ਮੇਰੀ ਕਾਮਨ ਸੈਂਸ ਕਹਿੰਦੀ ਹੈ, ਬਾਕੀ ਤਾਂ ਲੀਗਲ ਮਾਹਰ ਅੱਛੀ ਤਰ੍ਹਾਂ ਜਾਣਦੇ ਨੇ, ਕਿ ਜਿਹੜੇ ਲਾਜ਼ ਲੋਕ ਸਭਾ ਨੇ ਔਰ ਰਾਜ ਸਭਾ ਨੇ ਪਾਸ ਕੀਤੇ ਨੇ ਉਹ ਆਲਮੋਸਟ ਹਰ ਸਟੇਟ ਦੇ ਕਿਸੇ ਵੀ ਲਾਅ ਨੂੰ, ਛੋਟੇ ਲਾਅ ਨੂੰ ਓਵਰਰਾਈਡ ਕਰਦੇ ਨੇ। ਸੋ ਜਾਂ ਤਾਂ ਕੈਪਟਨ ਅਮਰਿੰਦਰ ਸਿੰਘ ਇੰਨੀ ਕੁ ਜੁਰਤ ਰੱਖਣ ਕਿ ਜਿੱਦਾਂ ਆਪਾਂ ਕਹਿੰਦੇ ਹਾਂ ਪੰਜਾਬੀ 'ਚ ਕਿ ਆਰ-ਪਾਰ ਦੀ ਲੜਾਈ ਲਈ ਤਿਆਰ ਹੋ ਜਾਣ। ਉਹ ਕਹਿ ਦੇਣ ਕਿ ਪੰਜਾਬ ਦੀ ਵਿਧਾਨ ਸਭਾ ਇਹਨਾਂ ਕਾਨੂੰਨਾਂ ਨੂੰ ਪੰਜਾਬ ਦੇ ਲੋਕ, ਕਿਉਂਕਿ ਅਸੀਂ ਪੰਜਾਬ ਦੇ ਲੋਕਾਂ ਪੌਣੇ 3 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦੇ ਹਾਂ, ਕਿ ਅਸੀਂ ਇਹਨਾਂ ਨੂੰ ਮੁੱਢੋਂ ਰੱਦ ਕਰਦੇ ਹਾਂ। ਵੀ ਵਿਲ ਨਾਟ ਐਕਸੈਪਟ ਥੀਸ। ਔਰ ਉਹਨਾਂ ਨੂੰ ਇਹ ਕਰਨ ਤੋਂ ਬਾਅਦ ਫਿਰ ਨਾਲ ਐਜੀਟੇਸ਼ਨ ਲਈ ਵੀ ਤਿਆਰ ਹੋਣਾ ਚਾਹੀਦਾ। ਜਿੱਦਾਂ ਕਿਸਾਨਾਂ ਨੇ ਸੰਘਰਸ਼ ਵਿੱਢਿਆ ਹੋਇਆ ਨਾ, ਐਕਚੁਅਲੀ ਜੋ ਕੁਝ ਹੁਣ ਪੰਜਾਬ ਦੇ ਵਿੱਚ ਹੋ ਰਿਹਾ ਆ, ਜੇ ਕੇਂਦਰ ਸਰਕਾਰ ਨੇ ਕੋਈ ਐਫਰਟ ਕੀਤਾ ਮਾੜਾ ਮੋਟਾ ਵੀ ਆਪਣੇ ਲੈਵਲ 'ਤੇ ਕਿ ਅਸੀਂ ਬੁਲਾਈਏ, ਇਹ ਪ੍ਰੈਸ਼ਰ ਤਾਂ ਬਿਲਡ ਕੀਤਾ ਹੈਗਾ ਕਿਸਾਨ ਜਥੇਬੰਦੀਆਂ ਨੇ। ਇਹਦੇ 'ਚ ਪੋਲੀਟੀਕਲ ਆਦਮੀਆਂ ਦਾ ਕੋਈ ਰੋਲ ਨਹੀਂਗਾ। ਪੋਲੀਟੀਕਲ ਪਾਰਟੀਆਂ ਤਾਂ ਆਪਣੀ ਸਪੇਸ ਬਰਕਰਾਰ ਰੱਖਣ ਲਈ ਤੇ ਆਪਣੇ ਵੋਟਰ ਨੂੰ ਇੰਟੈਕਟ ਰੱਖਣ ਦੇ ਯਤਨਾਂ ਵਿੱਚ ਆ। ਤੁਸੀਂ ਦੇਖਿਆ ਪਿਛਲੇ ਦਿਨਾਂ ਵਿੱਚ ਲੈਟਸ ਸੇ ਸੁਖਬੀਰ ਬਾਦਲ ਨੇ ਇੱਕ ਰੋਸ ਮਾਰਚ ਕੱਢਿਆ, ਉਹਦੇ ਕਿਸਾਨਾਂ ਨਾਲ ਕੋਈ ਤੁਲਕ ਹੀ ਨਹੀਂ ਸੀਗਾ। ਲੈਂਡ ਕਰੂਜ਼ਰ ਗੱਡੀਆਂ ਵੱਡੀਆਂ 50-50 ਲੱਖ 60 ਗੱਡੀਆਂ ਦੇ ਵਿੱਚ ਅੰਮ੍ਰਿਤਸਰ ਤੋਂ ਲਿਆ ਕੇ ਕਿਸਾਨ ਮਾਰਚ ਸਮਾਪਤ ਕਰਤਾ ਚੰਡੀਗੜ੍ਹ ਆ ਕੇ ਗਵਰਨਰ ਨੂੰ ਮਿਲਾਂਗੇ। ਗਵਰਨਰ ਵਿਚਾਰਾ ਕੀ, ਗਵਰਨਰ ਤਾਂ ਕੇਂਦਰ ਦੀ ਸਰਕਾਰ ਦਾ ਇੱਕ ਏਜੰਟ ਹੈ।
ਉਹ ਫਿਰ ਮਿਲੇ ਵੀ ਨਹੀਂ, ਕਹਿੰਦੇ ਮਤਾ ਜਿਹੜਾ ਦੇਣਾ ਸੀਗਾ ਉਹ ਵੀ ਕਿਸੇ ਥਾਣੇ 'ਚ ਹੀ ਰਹਿ ਗਿਆ ਇੱਥੇ ਜਿੱਥੇ ਸੋ ਦੈਟ ਸ਼ੋਜ਼ ਕਿ ਅਸਲ ਏਮ ਸ਼੍ਰੋਮਣੀ ਅਕਾਲੀ ਦਲ ਦਾ ਸੀਗਾ ਕਿ ਅਸੀਂ ਕਿਸੇ ਤਰੀਕੇ ਨਾਲ ਆਪਣਾ ਸਿਆਸੀ ਪ੍ਰਭਾਵ ਛੱਡ ਦਈਏ ਆਪਣੇ ਪੰਜਾਬ ਦੇ ਲੋਕਾਂ ਤੇ ਕਿ ਅਸੀਂ ਬਹੁਤ ਕੰਮ ਕਰ ਰਹੇ ਹਾਂ, ਇੰਨਾ ਹੀ ਸੀਗਾ। ਔਰ ਇਸੇ ਤਰ੍ਹਾਂ ਹੀ ਕਾਂਗਰਸ ਦੇ ਰਾਹੁਲ ਗਾਂਧੀ ਜੀ ਆਏ ਨੇ, ਟਰੈਕਟਰ ਦੇ ਉੱਤੇ ਚੜ੍ਹ ਕੇ 3 ਦਿਨ ਉਹਨਾਂ ਨੇ ਘੁੰਮ ਫਿਰ ਕੇ ਇੱਕ ਪੋਲੀਟੀਕਲ ਸਿਰਫ ਆਪਣਾ ਕੀ ਕਹਿੰਦੇ ਹੁੰਦੇ ਕਿ ਆਪਣੇ ਕੇਡਰ ਨੂੰ ਇੰਟੈਕਟ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਅਸਲ ਵਿੱਚ ਜੇ ਕਾਂਗਰਸ ਇੱਕ ਨੈਸ਼ਨਲ ਆਪੋਜੀਸ਼ਨ ਪਾਰਟੀ ਹੈ, ਜੇ ਉਹ ਵਾਕਈ ਐਂਟੀ ਫਾਰਮਰ ਲਾਜ਼ ਦੇ ਖਿਲਾਫ ਐਡੇ ਵੱਡੇ ਪੱਧਰ ਦੇ ਉੱਤੇ ਵਿਰੋਧ ਕਰਦੀ ਹੈ, ਤਾਂ ਫਿਰ ਉਹਨਾਂ ਨੂੰ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਪਾਰਲੀਮੈਂਟ ਨੂੰ ਘੇਰਨ ਦਾ ਉਪਰਾਲਾ ਕਰਨਾ ਚਾਹੀਦਾ ਸੀਗਾ, ਲੇਕਿਨ ਉਹਨਾਂ ਨੇ ਉਹ ਨਹੀਂ ਕੀਤਾ। ਸਿਮਿਲਰਲੀ ਆਮ ਆਦਮੀ ਪਾਰਟੀ ਵੀ ਇਹਦੇ ਤੇ ਇਹ ਥੀਏਟਰਿਕਸ ਹੋ ਰਹੀਆਂ ਨੇ। ਠੀਕ ਹੈ, ਉਹਨਾਂ ਦਾ ਮੇਰਾ ਖਿਆਲ ਹੈ ਕਿ ਪੋਲੀਟੀਕਲ ਪਾਰਟੀਆਂ ਯਤਨ ਕਰਦੀਆਂ ਨੇ, ਉਹ ਕਰਦੇ ਰਹਿਣਗੇ। ਅਸਲ ਪ੍ਰੈਸ਼ਰ ਮੈਂ ਫਿਰ ਕਹਿਣਾ ਚਾਹੁੰਦਾ ਕਿ ਕਿਸਾਨ ਜਥੇਬੰਦੀਆਂ ਦਾ ਇਹ ਸਭ ਕੁਝ ਉਹਦੇ ਪ੍ਰੈਸ਼ਰ, ਔਰ ਜੇ ਕੋਈ ਮਾੜਾ ਮੋਟਾ ਕੋਈ ਰਾਹਤ ਮਿਲੇਗੀ ਤਾਂ ਉਹ ਕਿਸਾਨ ਜਥੇਬੰਦੀਆਂ ਦੇ ਇਸ ਵੱਡੇ ਪੱਧਰ ਦੇ ਸੰਘਰਸ਼ ਦੇ। ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ, ਆਮ ਆਦਮੀ ਪਾਰਟੀ ਨੂੰ ਲੈ ਕੇ ਵੀ ਆ ਪਿੱਛੇ ਕਿਸਾਨ ਜਥੇਬੰਦੀਆਂ ਦੀ ਪਰਸੋਂ ਜਿਹੜੀ ਮੀਟਿੰਗ ਹੋਈ ਉਹਦੇ 'ਚ ਵੀ ਇਹ ਸਵਾਲ ਉੱਠ ਰਿਹਾ ਸੀ ਕਿ ਸਿਰਫ ਗ੍ਰਾਮ ਸਭਾਵਾਂ ਦੀ ਗੱਲ ਕਰ ਰਹੀ ਸੀ ਆਮ ਆਦਮੀ ਪਾਰਟੀ, ਵੀ ਗ੍ਰਾਮ ਸਭਾਵਾਂ ਮਤੇ ਪਾ ਦੇਣ ਤਾਂ ਉਸ ਤੋਂ ਬਾਅਦ ਇਹ ਹੋ ਸਕਦਾ ਕਾਨੂੰਨ ਹੈ ਜਿਹੜਾ ਨੈਗੇਟ ਹੋ ਜਾਏ। ਪਰ ਕਿਸਾਨ ਜਥੇਬੰਦੀਆਂ ਦੀ ਉੱਥੇ ਇੱਕ ਹੋਰ ਮੰਗ ਸੀ, ਉਹਨਾਂ ਨੇ ਮੰਗ ਉਠਾਈ ਕਿ ਦੇਸ਼ ਦੀਆਂ ਵਿਧਾਨ ਸਭਾਵਾਂ ਹੀ ਕਿਉਂ ਨਾ ਲੋਕ ਸਭਾ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਜਾਂ ਕੇਂਦਰ ਸਰਕਾਰ ਨੂੰ ਇਹ ਸੰਦੇਸ਼ ਦੇਣ ਕਿ ਅਸੀਂ ਇਸ ਕਾਨੂੰਨ ਦੇ ਖਿਲਾਫ ਹੈ। ਪੰਜਾਬ ਜੇ ਮਤਾ ਪਾ ਰਿਹਾ ਤਾਂ ਫਿਰ ਦਿੱਲੀ ਦੀ ਵਿਧਾਨ ਸਭਾ ਵੀ ਮਤਾ ਪਾਵੇ ਵੀ ਇਹ ਕਿਸਾਨਾਂ ਦੇ ਖਿਲਾਫ ਹੈ। ਕੀ ਆਮ ਆਦਮੀ ਪਾਰਟੀ ਇਹ ਕਰ ਸਕਦੀ ਹੈ? ਇਨਫੈਕਟ ਇਹ ਕਿਉਂਕਿ ਹੋ ਕੀ ਰਿਹਾ ਪਿਛਲੇ ਕੁਝ ਸਮੇਂ ਤੋਂ ਫੈਡਰਲ ਢਾਂਚੇ ਦੇ ਉੱਤੇ ਵੱਡੇ ਡਾਕੇ ਪੈ ਰਹੇ ਨੇ। ਜਿੱਦਾਂ GST ਦਾ ਕਾਨੂੰਨ ਲੈ ਲਿਆ, ਉਹਨਾਂ ਨੇ ਵਿੱਤੀ ਅਧਿਕਾਰ ਖੋਲੇ। ਹੁਣ ਕਹਿੰਦੇ ਜੀ ਇੱਕ ਦੇਸ਼ ਇੱਕ ਮੰਡੀ। ਸਾਡੇ ਕੋਲ ਜਿਹੜੇ ਮਾੜੇ ਮੋਟੇ ਖੇਤੀ ਦੇ ਅਧਿਕਾਰ ਸੀਗੇ, ਮਾਰਕੀਟਿੰਗ ਦੇ ਸੀ, ਉਹ ਵੀ ਉਹਨਾਂ ਨੇ ਖੋਲ੍ਹਣੇ। ਇਹ ਦੇਸ਼ ਨੂੰ ਇੱਕ ਉਹ ਕੇਂਦਰੀਕਰਨ ਕੀਤਾ ਜਾ ਰਿਹਾ ਸਾਰੀਆਂ ਤਾਕਤਾਂ ਦਾ। ਕਾਂਗਰਸ ਇੱਕ ਮੇਜਰ ਆਪੋਜੀਸ਼ਨ ਪਾਰਟੀ, ਪਹਿਲਾਂ ਇਹਨਾਂ ਦਾ ਫਰਜ਼ ਬਣਦਾ ਵਾ ਕਿ ਜਿੰਨੇ ਕਾਂਗਰਸ ਰੂਲਡ ਸਟੇਟਸ ਨੇ ਜਾਂ ਜਿਹੜੀਆਂ ਨਾਨ BJP ਰੂਲਡ ਸਟੇਟਸ ਨੇ, ਉਹਨਾਂ ਨੂੰ ਇਹ ਸਾਰਿਆਂ ਨੂੰ ਇਕੱਠੇ ਕਰਕੇ ਸਾਰੀਆਂ ਵਿਧਾਨ ਸਭਾ ਵਿੱਚੋਂ ਇਹ ਮਤਾ ਪਵੇ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਮੁੱਢੋਂ ਰੱਦ ਕਰਦੇ। ਫਿਰ ਪੋਲੀਟੀਕਲ ਪ੍ਰੈਸ਼ਰ BJP ਦੇ ਉੱਤੇ ਪੂਰਾ ਪੈਣ ਦਾ ਚਾਂਸ ਆ। ਤੇ ਜੇ ਅਸੀਂ ਇੱਕ ਵਿਧਾਨ ਸਭਾ ਕੋਈ ਕਾਨੂੰਨ ਪਾਸ ਕਰ ਰਹੀ ਆ, ਦੂਜੀ ਵਿਧਾਨ ਸਭਾ ਕੋਈ ਕਾਨੂੰਨ ਪਾਸ ਕਰ ਰਹੀ ਆ, ਤੀਜੇ ਕਹਿੰਦੇ ਜੀ ਅਸੀਂ ਗ੍ਰਾਮ ਸਭਾ ਬੁਲਾ ਕੇ ਕਰ ਦਾਂਗੇ, ਇਹਦਾ ਕੋਈ ਇੰਪੈਕਟ ਨਹੀਂ ਹੋਣਾ। ਔਰ ਗ੍ਰਾਮ ਸਭਾ ਵਿਦ ਡਿਊ ਰਿਗਾਰਡਸ, ਤੁਸੀਂ ਸਾਰੇ ਜਾਣਦੇ ਕਿ ਕੁਝ ਕਾਨੂੰਨ ਇਸ ਦੇਸ਼ ਵਿੱਚ ਨਾ ਕਾਗਜ਼ ਤੇ ਰਹਿ ਜਾਂਦੇ ਨੇ। ਪੰਚਾਇਤੀ ਰਾਜ ਪ੍ਰਣਾਲੀ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਨੇੜਿਓਂ ਦੇਖਿਆ। ਤੁਹਾਨੂੰ ਯਾਦ ਹੋਊਗਾ ਰਾਜੀਵ ਗਾਂਧੀ ਨੇ ਇੱਕ ਵਾਰੀ 73ਵੀਂ ਤੇ 74ਵੀਂ ਸੋਧ ਕੀਤੀ ਸੀ ਸੰਵਿਧਾਨ 'ਚ, ਬਹੁਤ ਪ੍ਰਚਾਰ ਕੀਤਾ ਕਿ ਅਸੀਂ ਪੰਚਾਇਤਾਂ ਨੂੰ ਇੰਨਾ ਅਧਿਕਾਰ ਦਿੱਤਾ। ਅੱਜ ਪੰਚਾਇਤਾਂ ਟੁੱਥਲੈਸ ਨੇ। ਪੰਚਾਇਤ ਦੇ ਕਿਸੇ ਸਰਪੰਚ ਨੂੰ ਕਿਸੇ ਕੋਈ ਥਾਣੇ ਦੀ ਪੌੜੀ ਨਹੀਂ ਚੜ੍ਹਨ ਦਿੰਦਾ, BDO ਨੂੰ ਆਪਣੇ ਦਫ਼ਤਰ 'ਚ ਨਹੀਂ ਵੜਨ ਦਿੰਦਾ। ਵੜਨ ਮਤਲਬ ਕਿ ਉਹਨਾਂ ਦੇ ਕੋਈ ਸਤਿਕਾਰ ਨਹੀਂ ਗਾ, ਉਹਨਾਂ ਕੋਲ ਪਾਵਰਸ ਨਹੀਂ ਹੈਗੀਆਂ ਕੋਈ। ਔਰ ਜਿਹੜੀਆਂ ਗ੍ਰਾਮ ਸਭਾਵਾਂ ਦੀ ਗੱਲ ਚਰਚਾ ਹੋ ਰਹੀ ਆ, ਮੈਨੂੰ ਅੱਛੀ ਤਰ੍ਹਾਂ ਯਾਦ ਆ ਕਿ ਇਸ ਪਿੱਛੇ ਮੈਂ ਜਦੋਂ ਲਾਸਟ ਟਾਈਮ MLA ਸੀ ਸੰਗਰੂਰ ਜ਼ਿਲ੍ਹੇ ਦੇ ਵਿੱਚ, ਬਹੁਤ ਸਾਰੀਆਂ ਪੰਚਾਇਤਾਂ ਨੇ ਸ਼ਰਾਬ ਦੇ ਠੇਕੇ ਕਢਾਉਣੇ ਸੀ ਆਪਣੇ ਪਿੰਡੋਂ ਬਾਹਰ, ਜਿੱਥੇ ਕਿਤੇ ਸਕੂਲ ਦੇ ਲਾਗੇ ਸੀ ਜਾਂ ਗੁਰਦੁਆਰਾ ਸਾਹਿਬ ਦੇ ਲਾਗੇ। ਉਹਨਾਂ ਨੇ ਵਿਚਾਰਿਆਂ ਨੇ ਬਹੁਤ ਯਤਨ ਕੀਤਾ, ਗ੍ਰਾਮ ਸਭਾ ਦੇ ਕਈ ਰੈਜ਼ੋਲੂਸ਼ਨ ਪਾਸ ਕੀਤੇ। ਇੱਕ ਠੇਕਾ ਨਹੀਂ ਕਢਾ ਸਕਦੀ ਪੰਚਾਇਤ ਆਪਣੇ ਪਿੰਡ ਤੋਂ ਬਾਹਰ। ਹਾਊ ਡੂ ਯੂ ਥਿੰਕ ਜਿਹੜੇ ਲਾਜ਼ ਇੱਕ ਪਾਰਲੀਮੈਂਟ ਨੇ ਬਣਾਏ ਨੇ ਜਾਂ ਉੱਧਰੋਂ ਪ੍ਰੈਜ਼ੀਡੈਂਟ ਨੇ ਉਹਨੂੰ ਅਸੈਂਟ ਦਿੱਤਾ, ਉਹ ਗ੍ਰਾਮ ਸਭਾ ਦੇ ਰੈਜ਼ੋਲੂਸ਼ਨ ਨਾਲ ਅਪਸੈਟ ਹੋ ਜਾਣਗੇ? ਹਾਂ, ਜੇ ਅਗਰ ਆਪੋਜੀਸ਼ਨ ਇਸ ਭਗਵੰਤ ਮਾਨ ਹੋਰਾਂ ਨੇ ਤਾਂ ਇਹਦਾ ਬੜਾ ਪ੍ਰਚਾਰ ਕੀਤਾ ਵੀ ਇਸ ਤਰ੍ਹਾਂ ਕਰੋ, ਬਲਕਿ ਸੋਸ਼ਲ ਮੀਡੀਆ ਤੇ ਉਹਨਾਂ ਨੇ ਧੂਆਂ ਧਾਰ ਪ੍ਰਚਾਰ ਇਸ ਚੀਜ਼ ਦਾ ਮਤਿਆਂ ਦਾ ਕੀਤਾ। ਜਿੱਦਾਂ ਰਾਹੁਲ ਗਾਂਧੀ ਨੇ ਟਰੈਕਟਰ ਤੇ ਪ੍ਰਚਾਰ ਕੀਤਾ, ਜਿੱਦਾਂ ਸੁਖਬੀਰ ਬਾਦਲ ਨੇ ਲੈਂਡ ਕਰੂਜ਼ਰ ਦਾ ਪ੍ਰਚਾਰ ਕੀਤਾ ਰੋਸ ਮਾਰਚ ਨਾਲ, ਇੱਦਾਂ ਆਮ ਆਦਮੀ ਪਾਰਟੀ ਨੇ ਵੀ ਤਾਂ ਕੁਝ ਕਰਨਾ ਸੀ ਨਾ। ਹੁਣ ਵਿਹਲੇ ਤਾਂ ਬੈਠੇ ਰਹਿ ਨਹੀਂ ਸੀ ਸਕਦੇ, ਇਸ ਲਈ ਉਹਨਾਂ ਨੇ ਵੀ ਆਪਣਾ ਇੱਕ ਕੰਮ, ਇੱਕ ਏਜੰਡਾ ਸ਼ੋਅ ਕਰ ਦਿੱਤਾ। ਚਲੋ ਮੈਂ ਤੇ ਅੱਗੇ ਜ਼ਿਆਦਾ ਨੁਕਤਾਚੀਨੀ ਨਹੀਂ ਕਰਨਾ ਚਾਹੁੰਦਾ। ਮੈਂ ਦੁਬਾਰਾ ਰੀਇਟਰੇਟ ਕਰਦਾ ਕਿ ਅੱਜ ਫੈਡਰਲ ਢਾਂਚੇ ਨੂੰ ਬਹੁਤ ਵੱਡੇ ਪੱਧਰ 'ਤੇ ਸਹੀ ਮਾਇਨਿਆਂ 'ਚ ਖਤਰਾ ਵਾ। ਔਰ ਜੇ ਇਸੇ ਤਰ੍ਹਾਂ ਹੀ ਕੇਂਦਰੀਕਰਨ ਹੁੰਦਾ ਰਿਹਾ ਸ਼ਕਤੀਆਂ ਦਾ, ਸਟੇਟਾਂ ਜਿਹੜੀਆਂ ਨੇ ਉਹ ਬਿਲਕੁਲ ਯਕੀਨ ਕਰਨਾ ਜਿੱਦਾਂ ਮਿਊਨਿਸਪੈਲਿਟੀਆਂ ਹੁੰਦੀਆਂ ਨੇ ਉੱਦਾਂ ਬਣ ਕੇ ਰਹਿ ਜਾਣ, ਮਤਲਬ ਯੂਨੀਅਨ ਟੈਰੀਟਰੀਜ਼ ਬਣ ਕੇ ਰਹਿ ਜਾਣਗੀਆਂ। ਬਿਕੋਜ਼ ਸਾਡੇ ਸਾਰੇ ਲਾਜ਼, ਐਜੂਕੇਸ਼ਨ ਤੋਂ ਲੈ ਕੇ ਹੈਲਥ ਕੇਅਰ ਤੋਂ ਲੈ ਕੇ ਰੋਡ ਇਨਫਰਾਸਟ੍ਰਕਚਰ ਤੋਂ ਲੈ ਕੇ ਲੇਬਰ ਲਾਜ਼ ਤੋਂ ਲੈ ਕੇ ਮਨਰੇਗਾ ਵਗੈਰਾ, ਸਾਰੀਆਂ ਤਾਂ ਸਕੀਮਸ ਗਵਰਨਮੈਂਟ ਆਫ ਇੰਡੀਆ ਬਣਾਉਣ ਲੱਗ ਗਈ ਆ। GST ਉਹ ਲੈ ਗਏ ਨੇ। ਸਾਡਾ ਪੈਸਾ ਸਾਰਾ ਟੈਕਸ ਦਾ ਪਹਿਲਾਂ ਦਿੱਲੀ ਜਾਂਦਾ, ਫਿਰ ਅਸੀਂ ਦਿੱਲੀ ਕੋ ਕਹਿੰਦੇ ਕਿ ਸਾਨੂੰ ਜੀ ਹੁਣ ਸਾਡਾ 6,500 ਕਰੋੜ ਰੁਪਏ ਬਕਾਇਆ, ਸਾਡਾ ਕਿਰਪਾ ਕਰਕੇ ਉਹ ਦੇ ਦਿਓ। ਸੋ ਅੱਜ ਲੋੜ ਦੇਸ਼ ਵਿੱਚ ਜਿਹੜੀ ਮੇਜਰ ਆਪੋਜੀਸ਼ਨ ਪਾਰਟੀਜ਼ ਆ, ਉਹਨਾਂ ਨੂੰ ਇੱਕ ਪਲੇਟਫਾਰਮ ਤੇ ਖੜੇ ਹੋ ਕੇ ਪਹਿਲਾਂ ਮੋਦੀ ਦੇ ਇਹਨਾਂ 3 ਕਾਨੂੰਨਾਂ ਦਾ ਡਟ ਕੇ ਅਸੈਂਬਲੀਆਂ ਵਿੱਚ ਵਿਰੋਧ ਕਰ ਦੇਣ ਤੇ ਨਾਲ ਫਿਰ ਜ਼ਮੀਨ ਤੇ ਵਿਰੋਧ ਕਰਨ। ਤੇ ਜੇ ਇਸ ਤਰ੍ਹਾਂ ਨਹੀਂ ਕਰ ਰਹੇ ਬਾਕੀ ਦੇ, ਮਤਲਬ ਆਮ ਆਦਮੀ ਪਾਰਟੀ ਜੇ ਦਿੱਲੀ ਦੀ ਵਿਧਾਨ ਸਭਾ 'ਚ ਨਹੀਂ ਲਿਆਉਂਦੀ ਮਤਾ, ਬਹੁਤ ਸਾਰੇ ਸਟੇਟਸ ਹੈਗੀਆਂ ਜਿੱਥੇ ਆ ਸਕਦਾ, ਝਾਰਖੰਡ ਆ ਸਕਦਾ, ਵੈਸਟ ਬੰਗਾਲ ਆ ਸਕਦਾ, ਰਾਜਸਥਾਨ ਆ ਸਕਦਾ, ਸਾਊਥ ਦੇ ਵਿੱਚ 8-10-12 ਸਟੇਟਸ ਹੈਗੀਆਂ ਨਾ ਜਿਹੜੀਆਂ ਆਪੋਜੀਸ਼ਨ ਰੂਲ ਸਟੇਟਸ ਨੇ,
ਉਹਨਾਂ ਨੂੰ ਵੀ ਕੋਈ ਮੋਟੀਵੇਟ ਕਰੇ ਨਾ ਸਾਰਿਆਂ ਨੂੰ ਔਰ ਸਭ ਤੋਂ ਜ਼ਿਆਦਾ ਮੋਟੀਵੇਸ਼ਨ ਇਸ ਵਕਤ ਅਗਰ ਕੋਈ ਲੀਡ ਲੈ ਸਕਦਾ ਤਾਂ ਕਾਂਗਰਸ ਲੈ ਸਕਦੀ ਸੀ। ਦਿੱਲੀ ਦੇ ਵਿੱਚ ਵੀ ਮੈਂ ਦੇਖ ਰਿਹਾ ਵਾਂ, ਦਿੱਲੀ 'ਚੋਂ ਕਈ ਵਾਰ ਬਹੁਤ ਕਹਿ ਰਹੇ ਨੇ ਕਿ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਅਸੀਂ ਲਾਗੂ ਕਰ ਵੀ ਦਿੱਤੀ ਹੈ, ਉਹਨਾਂ ਨੇ ਕੋਈ ਭਾਅ ਵੀ ਉੱਥੇ ਜਾਰੀ ਕੀਤੇ ਹੋਏ ਨੇ। ਇਸ ਲਈ ਅਗਰ ਉਹ ਵਾਕਈ ਕਿਸਾਨ ਹਿਤੈਸ਼ੀ ਨੇ, ਉਹ ਕਹਿੰਦੇ ਕਿ ਅਸੀਂ ਹੈਗੇ ਆ, ਤੇ ਦਿੱਲੀ ਅਸੈਂਬਲੀ ਨੂੰ ਵੀ ਇਹ ਲਾਜ਼ ਨੂੰ ਆਊਟਰਾਈਟਲੀ ਰਿਜੈਕਟ, ਜਿਹੜਾ ਮਿਡਲ ਪਾਥ ਹੋਊਗਾ ਨਾ ਜੀ ਕਿ ਅਸੀਂ ਮੰਡੀਕਰਨ ਕਰਤਾ, ਉਹ ਕਰਤਾ, ਉਹ ਕੇਂਦਰ ਦੀ ਸਰਕਾਰ ਦੇ ਕੋਲ ਹਰ ਗੱਲ ਦਾ ਹੱਲ ਹੈਗਾ। ਹੁਣ ਇਹ ਅੱਗੇ ਗੱਲ ਇੱਕ ਹੋਰ ਆ ਗਈ ਆ ਕਿ ਪਹਿਲਾਂ ਜਿਹੜਾ ਵਿਧਾਨ ਸਭਾ 'ਚ ਕੈਪਟਨ ਅਮਰਿੰਦਰ ਸਿੰਘ ਨੇ ਟਰਮੀਨੇਸ਼ਨ ਆਫ ਵਾਟਰਸ ਐਗਰੀਮੈਂਟ ਐਕਟ ਪਾਸ ਕੀਤਾ ਸੀ ਨਾ 2004 'ਚ, ਉਹਦੇ ਨਾਲ ਉਹਦਾ ਕੋਈ ਫਾਈਨੈਂਸ਼ੀਅਲ ਇੰਪੈਕਟ ਨਹੀਂ ਸੀ ਇਮੀਡੀਏਟਲੀ, ਔਰ ਉਹ ਅਲਟੀਮੇਟਲੀ ਪ੍ਰੈਜ਼ੀਡੈਂਟ ਨੇ ਉਹਨੂੰ ਸੁਪਰੀਮ ਕੋਰਟ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਰਾਹੀਂ ਭੇਜ ਦਿੱਤਾ ਉੱਥੇ। ਉਹਦੇ ਨਾਲ ਇੰਨਾ ਕੁ ਫਾਇਦਾ ਹੋਇਆ ਕਿ ਜਿਹੜਾ ਪਾਣੀ ਦਾ ਸਾਡਾ ਘਾਣ ਜਾਂ ਜਿਹੜਾ SYL ਨੂੰ ਬਣਾਉਣ ਦਾ ਉਪਰਾਲਾ ਸੀ ਸਰਕਾਰਾਂ ਦਾ, ਉਹ 7-8 ਸਾਲ ਡਿਲੇ ਹੋ ਗਿਆ। ਠੀਕ ਹੈ, ਅੱਜ ਵੀ ਮੇਰੀ ਗੱਲ ਯਾਦ ਰੱਖਣਾ, ਸੁਪਰੀਮ ਕੋਰਟ ਨੇ ਫੈਸਲਾ ਪੰਜਾਬ ਦੇ ਉਲਟੀ ਦੇਣਾ ਵਾ। ਉਹਨਾਂ ਨੇ SYL ਧੱਕੇ ਨਾਲ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਗੱਲ ਫਿਰ ਪੋਲੀਟੀਕਲ ਆ ਜਾਣੀ ਥੱਲੇ ਕਿ ਕੀ ਪੰਜਾਬ ਦੇ ਲੋਕਾਂ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਕਨਾਲ ਨੂੰ ਬਣਨ ਤੋਂ ਰੋਕ ਸਕਣ। ਜਿਹੜਾ ਹੁਣ ਵਾਲਾ ਖੇਤੀ ਕਾਨੂੰਨ ਨੇ, ਇਹਦੇ 'ਚ ਫਾਈਨੈਂਸ਼ੀਅਲ ਇੰਪੈਕਟ ਬਹੁਤ ਹੈ, ਕਿਉਂਕਿ ਕੀ ਹੁੰਦਾ ਵਾ ਕਿ ਅਸੀਂ ਕਹਿੰਦੇ ਕਿ ਸਾਡੀ ਇਹ ਫਸਲਾਂ ਦਾ ਰੌਲਾ ਨਾ ਕਿ ਸਾਡਾ ਕਣਕ ਤੇ ਝੋਨੇ ਦੀ MSP ਸਾਨੂੰ ਮਿਲਣੀ ਚਾਹੀਦੀ ਹੈ। ਮੰਨ ਲਿਆ ਪੰਜਾਬ ਨੇ ਕਿਹਾ ਜੀ ਕੋਈ ਇਦਾਂ ਦਾ ਕਾਨੂੰਨ ਪਾਸ ਕਰਤਾ, ਕੇਂਦਰ ਕਹੂ ਜੀ ਚੰਗਾ ਠੀਕ ਹੈ ਤੁਸੀਂ ਆਪੇ ਹੀ ਪਰਚੇਜ਼ ਕਰ ਲਓ ਤੇ ਆਪੇ ਹੀ ਇਹਦੀ ਖਪਤ ਕਰ ਲਓ, ਫਿਰ ਪੰਜਾਬ ਕੀ ਕਰੇਗਾ? ਕਿਉਂਕਿ ਜਿਹੜੀ ਸਾਨੂੰ ਕੈਸ਼ ਕ੍ਰੈਡਿਟ ਲਿਮਿਟ ਦਿੰਦਾ ਨਾ ਫੂਡ ਗ੍ਰੇਨ ਪ੍ਰੋਕਿਉਰਮੈਂਟ, ਅੱਜ ਤੱਕ ਜਿੰਨੇ ਕੁਝ ਦਹਾਕਿਆਂ ਤੋਂ ਹੋ ਰਹੀ ਹੈ, ਗਵਰਨਮੈਂਟ ਆਫ ਇੰਡੀਆ, ਅਸੀਂ ਗਵਰਨਮੈਂਟ ਆਫ ਇੰਡੀਆ ਵਾਸਤੇ ਪ੍ਰੋਕਿਉਰ ਕਰਦੇ ਹਾਂ। ਇੱਕ ਤਾਂ ਉਹਨਾਂ ਦੀ ਆਪਣੀ ਏਜੰਸੀ ਸਿੱਧੀ ਫੂਡ ਕਾਰਪੋਰੇਸ਼ਨ ਆਫ ਇੰਡੀਆ, ਦੂਜੀਆਂ ਪਨਸਪ, ਪਨਗ੍ਰੇਨ, ਮਾਰਕਫੈਡ, ਇਹ ਸਾਰੀਆਂ ਪੰਜਾਬ ਦੀਆਂ ਏਜੰਸੀਆਂ ਪੰਜਾਬ ਲਈ ਨਹੀਂ ਖਰੀਦ ਕਰਦੀਆਂ। ਸਾਨੂੰ 60,000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਮਿਲਦੀ CCL ਕੇਂਦਰ ਵੱਲੋਂ ਫੂਡ ਗ੍ਰੇਨ ਵਾਸਤੇ। ਅਸੀਂ ਉਹ ਸਾਰਾ ਅਨਾਜ ਇੱਥੋਂ ਸਾਰੀਆਂ ਏਜੰਸੀਆਂ ਪ੍ਰੋਕਿਉਰ ਕਰਕੇ ਕੇਂਦਰ ਦੀ ਸਰਕਾਰ ਨੂੰ ਦੇ ਦਿੰਦੀਆਂ ਨੇ, ਔਰ ਉਹ ਫਿਰ ਅਲਟੀਮੇਟਲੀ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਵਾਸਤੇ ਉਹਦੀ ਲੋੜ ਪੈਂਦੀ ਆ। ਹੁਣ ਇਹ ਫਾਈਨੈਂਸ਼ੀਅਲ ਇੰਪੈਕਟ ਆ, ਉਹ ਕਹਿਣਗੇ ਚੰਗਾ ਜੀ ਤੁਸੀਂ ਕਾਨੂੰਨ ਪਾਸ ਕਰਤਾ, ਤੁਸੀਂ ਆਪੇ ਹੀ ਇਹਨੂੰ ਖਰੀਦੋ ਤੇ ਆਪੇ ਹੀ ਇਹਨੂੰ ਖਪਤ ਕਰੋ, ਫਿਰ ਪੰਜਾਬ ਕੀ ਕਰੇਗਾ? ਸੋ ਦੇਅਰਫੋਰ ਇਹਦੇ ਬੜੇ ਇੰਪਲੀਕੇਸ਼ਨਸ ਨੇ। ਅਸੀਂ ਦੇਖਦੇ ਹਾਂ ਕਿ 19 ਤਰੀਕ ਨੂੰ ਕੈਪਟਨ ਅਮਰਿੰਦਰ ਸਿੰਘ ਕੀ ਕਰਦੇ ਨੇ। ਜੇ ਕੋਈ ਵਾਜਬ ਜਿਹੜਾ ਕੋਈ ਸਮਝਿਆ ਵਾਕਈ ਕਿਸਾਨਾਂ ਦੇ ਹਿੱਤ ਵਿੱਚ ਆ, 100% ਸਪੋਰਟ ਕਰਾਂਗੇ। ਤੇ ਜੇ ਐਵੇਂ ਉਹ ਇੱਕ ਨੋਟੰਕੀ ਹੋਈ, ਡਰਾਮੇਬਾਜ਼ੀ, ਕਿਉਂਕਿ ਜਿੱਦਾਂ ਉਹਨਾਂ ਨੇ ਹੁਣ ਪੰਜਾਬ ਦੇ ਵਿੱਚ ਕੁਛ ਤਾਂ ਕਿਸਾਨਾਂ ਨੂੰ ਆਪਣਾ ਮੂੰਹ ਰੱਖਣਾ ਨਾ, ਕਿਉਂਕਿ ਉਹਨਾਂ ਨੂੰ ਪਹਿਲਾਂ ਬੁਲਾ ਕੇ ਮੀਟਿੰਗ ਕਰ ਲਈ, ਹੁਣ ਉਹ ਮੂੰਹ ਰੱਖਣ ਵਾਸਤੇ ਇਸ ਤਰ੍ਹਾਂ ਦਾ ਕੁਝ ਹੋ ਸਕਦਾ ਵੀ ਜਿਵੇਂ SYL, ਉਦੋਂ ਤੁਸੀਂ ਨਾਲ ਹੀ ਸੀਗੇ ਜਦੋਂ SYL ਤੇ ਸਟੈਂਡ ਲਿਆ, ਚਲੋ ਉਹਦੇ ਨਾਲ ਜ਼ਿਆਦਾ ਕੁਝ ਨਹੀਂ ਹੋਇਆ, ਇਹ ਹੋਇਆ ਵੀ ਥੋੜਾ ਜਿਹਾ ਲਟਕ ਗਿਆ ਮਾਮਲਾ। ਮੈਂ ਤੁਹਾਨੂੰ ਕਿਹਾ ਨਾ, ਪਾਣੀਆਂ ਦਾ ਮਸਲਾ ਲਟਕ ਗਿਆ ਕਿ ਉਹਦੇ 'ਚ ਇਮੀਡੀਏਟਲੀ ਕੇਂਦਰ ਨੇ ਕੋਈ ਪੈਸਾ ਨਹੀਂ ਸੀ ਦੇਣਾ। ਹੁਣ ਸਾਡਾ ਕਣਕ ਤੇ ਝੋਨੇ ਦੀ ਖਰੀਦ ਵਾਸਤੇ ਸਾਨੂੰ ਜਿਹੜਾ 60,000 ਕਰੋੜ ਰੁਪਇਆ ਦਿੰਦਾ, ਉਹ ਕੌਣ ਦੇਊਗਾ? MSP ਤਾਂ ਹੀ ਉਹ ਦੇ ਸਕਾਂਗੇ ਨਾ ਅਸੀਂ। ਇਸ ਕਰਕੇ ਇਹ ਸਾਰਾ ਕੁਝ ਹੈਗਾ। ਦੂਜਾ ਮੇਰਾ ਇਹ ਮੰਨਣਾ ਵਾ ਕਿ ਕੈਪਟਨ ਅਮਰਿੰਦਰ ਸਿੰਘ ਤੇ BJP ਦਾ ਵੀ ਦਬਾਅ ਆਪਾਂ ਨੂੰ ਮੰਨਣਾ ਚਾਹੀਦਾ, ਜਿਹੜੀ ਸਹੀ ਗੱਲਾਂ ਤੱਥ ਨੇ। ਇੱਕ ਤਾਂ ਉਹਨਾਂ ਦੇ ਪਾਕਿਸਤਾਨ ਦੀ ਜਿਹੜੀ ਮਿੱਤਰ ਰਹਿੰਦੀ ਹੈ ਪੰਜਾਬ ਦੇ ਵਿੱਚ, ਉਹ BJP ਦੀ ਪਕੜ ਵਿੱਚ ਆ, ਉਹਨੂੰ ਜਦੋਂ ਚਾਹਣ ਉਹਨੂੰ ਇੱਥੋਂ ਕੱਢ ਕੇ ਪਾਕਿਸਤਾਨ ਭੇਜ ਸਕਦੇ ਨੇ। ਨੰਬਰ 2, ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਸਨ ਇਨ ਲਾਅ ਨੇ ਸਿੰਬੋਲੀ ਸ਼ੂਗਰ ਮਿਲ ਤੇ ਉੱਤੇ 100 ਕਰੋੜ ਰੁਪਏ ਦਾ CBI ਨੇ ਗਮਨ ਦਾ ਪਰਚਾ ਦਰਜ ਕਰਕੇ ਰੱਖਿਆ ਹੋਇਆ ਵਾ। ਤੀਸਰਾ ਕਿ ਇਹਨਾਂ ਦੇ ਖਿਲਾਫ ਜਿਹੜੇ ਇਨਕਮ ਟੈਕਸ ਦੇ ਕੰਪਲੇਂਟਸ ਨੇ ਜਿਹੜੀਆਂ ਲੁਧਿਆਣੇ ਦੀ ਅਦਾਲਤਾਂ ਵਿੱਚ ਪੈਂਡਿੰਗ ਨੇ, ਜਿਹੜੇ ਆਫਸ਼ੋਰ ਅਕਾਊਂਟ ਸੀ ਸਵਿਟਜ਼ਰਲੈਂਡ ਦੇ ਬੈਂਕਾਂ ਦੇ ਵਿੱਚ ਪਿਛਲੀ ਟੈਨਿਓਰ ਦੇ ਪੈਸਿਆਂ ਦੀ ਕੰਪਲੇਂਟ ਸੀਗੀ, ਉਹ ਵੀ ਪੈਂਡਿੰਗ ਹੈ। ਪੁਲੰਦੇ ਸਾਰੇ ਵੱਜੇ ਹੋਏ ਨੇ, ਔਰ ਆਪਾਂ ਜਾਣਦੇ ਹਾਂ ਕਿ BJP ਆਪਣੇ ਵਿਰੋਧੀਆਂ ਨੂੰ ਕਾਫੀ ਹੱਦ ਤੱਕ ਕੀ ਕਹਿੰਦੇ ਬਰੋਬੀਟ ਕਰਦੀ ਆ। ਉਹਨਾਂ ਦੇ ਕੋਲ ਉਹ ਏਜੰਸੀਆਂ ਦਾ ਦੁਰਉਪਯੋਗ ਕਰਨਾ ਜਾਣਦੇ ਨੇ। ਮਤਲਬ CBI, ED, ਸਾਰੇ ਪੋਲੀਟੀਕਲ ਜਮਾਤ ਅੱਜ ਇਸ ਦੇਸ਼ ਦੀ ਡਰਦੀ ਆ ਉਹਨਾਂ ਤੋਂ, ਜਿਹੜੀ ਅਸਲ ਗੱਲ ਹੈਗੀ ਆ। ਇਸ ਲਈ ਕੈਪਟਨ ਅਮਰਿੰਦਰ ਸਿੰਘ ਹੁਣ ਕਿੰਨਾ ਕੁ ਖੁੱਲ੍ਹ ਕੇ ਵਿਰੋਧ ਕਰਦੇ ਨੇ, ਕੀ ਉਹ ਆਪਣੀ ਗੱਦੀ ਦਾਅ 'ਤੇ ਲਾਉਣ ਨੂੰ ਤਿਆਰ ਬੈਠੇ ਨੇ, ਤੇ ਫਿਰ ਇਹਦਾ ਪਤਾ ਲੱਗੇਗਾ। ਤੁਸੀਂ ਮੇਰਾ ਇਹ ਮੰਨਣਾ ਵਾ ਕਿ ਇਹ ਇੱਕ ਸੈਂਟਰ ਪਾਥ ਜਿਹਾ ਲਿਆ ਜਾਊਗਾ ਜਿਹਦਾ ਕੋਈ ਬਹੁਤ ਜ਼ਿਆਦਾ ਇੰਪੈਕਟ ਨਹੀਂ ਹੋਵੇਗਾ। ਔਰ ਉਸ ਤੋਂ ਬਾਅਦ ਅਗਲਾ ਪੜਾਅ ਜਿਹੜਾ ਇਹ ਆ ਰਿਹਾ ਵਾ ਕਿ ਹੌਲੀ ਹੌਲੀ ਜਿੱਦਾਂ ਕੇਂਦਰ ਜਾਂ ਪੰਜਾਬ ਸਰਕਾਰ ਨੇ ਇੱਕ ਆਰਗੂਮੈਂਟ ਬਿਲਡ ਕਰ ਲਈ ਕਿ ਜੀ ਕੋਲਾ ਮੁੱਕ ਗਿਆ, ਬਿਜਲੀ ਮੁੱਕ ਜਾਣੀ ਆ, ਟ੍ਰੇਨਾਂ ਨਹੀਂ ਆ ਰਹੀਆਂ, ਖਾਦ ਮੁੱਕ ਜਾਣੀ ਜੀ, ਸਾਡੀ ਇੰਡਸਟਰੀ ਦਾ ਜਿਹੜਾ ਆਦਾਨ ਪ੍ਰਦਾਨ ਸੀਗਾ ਰॉ ਮਟੀਰੀਅਲ ਦਾ, ਮਾਰਕੀਟਿੰਗ ਗੁੱਡਸ ਦਾ, ਉਹ ਨਹੀਂ ਹੋਣਾ ਜੀ, ਇਹ ਤਾਂ ਜੀ ਪੰਜਾਬ ਨੂੰ ਬਹੁਤ ਵੱਡਾ ਘਾਟਾ ਪੈ ਜਾਏਗਾ ਜੀ। ਇਹ ਗੱਲ ਪ੍ਰਚਾਰ ਕਰਨਾ ਸਰਕਾਰਾਂ ਨੇ ਸ਼ੁਰੂ ਕਰ ਦਿੱਤਾ ਆਲਰੇਡੀ। ਕਿਸਾਨ ਜਿਹੜੇ ਨੇ ਉਹ ਭੋਲੇ ਵੀ ਹੁੰਦੇ ਨੇ ਤੇ ਉਹ ਆਪਣੇ ਸੂਬੇ ਦਾ ਹਿੱਤ ਵੀ ਪਹਿਲਾਂ ਉਹਨੂੰ ਪਹਿਲ ਦਿੰਦੇ ਨੇ। ਇਸ ਕਰਕੇ ਦੇਖੋ ਤੁਸੀਂ ਵਿਚਾਰੇ ਦਿੱਲੀ ਚਲੇ ਗਏ ਇੱਕ ਸੈਕਟਰੀ ਦੇ ਸੱਦੇ ਦੇ ਉੱਤੇ, ਔਰ ਉਹਨਾਂ ਨੇ ਕਿਹਾ ਕਿ ਹਾਂ ਅਸੀਂ ਗੱਲ ਤੋਂ ਨਹੀਂ ਭੱਜਦੇ। ਉਹਨਾਂ ਵੱਲੋਂ ਚੰਗਿਆਈ ਸੀਗੀ
ਲੇਕਿਨ ਜਿਹੜੀ ਬਦਨੀਤੀ ਸੀ ਉਹ ਦਿੱਲੀ ਬੀਜੇਪੀ ਦੀ ਸਰਕਾਰ ਦੀ ਸੀਗੀ। ਮੈਨੂੰ ਲੱਗਦਾ ਵਾ ਕਿ ਇਸ 19 ਦੇ ਵਿਧਾਨ ਸਭਾ ਤੋਂ ਬਾਅਦ ਸਰਕਾਰ ਉੱਤੋਂ ਡਾਇਰੈਕਸ਼ਨ ਆਊਗੀ ਕਿ ਟ੍ਰੇਨਾਂ ਵੀ ਚਲਾਓ ਤੇ ਟੋਲ ਪਲਾਜ਼ੇ ਵੀ ਚਲਾਓ ਤੇ ਮਾਲ ਵੀ ਚਲਾਓ, ਕਿਉਂਕਿ ਕੌਣ ਆ ਇਸ ਦੇਸ਼ ਨੂੰ ਆਰਥਿਕ ਨੀਤੀਆਂ 'ਚ ਕਾਰਪੋਰੇਟ ਘਰਾਣੇ ਚਲਾ ਰਿਹਾ, ਆਪਾਂ ਨੂੰ ਸਭ ਨੂੰ ਪਤਾ ਹੀ ਆ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਸ ਸੰਘਰਸ਼ ਨੂੰ ਫਿਰ ਅਮਰਿੰਦਰ ਸਿੰਘ ਯਤਨ ਕਰਨਗੇ ਕਿ ਮੈਂ ਇਹਨੂੰ ਖਿੰਡਾਇਆ ਜਾਵੇ। ਖਿੰਡਾਉਣਗੇ ਤੇ ਜਦੋਂ ਫਿਰ ਉੱਥੇ ਯੂਜ਼ ਆਫ ਫੋਰਸ ਆਵੇਗੀ, ਯੂਜ਼ ਆਫ ਫੋਰਸ, ਲਾਠੀ ਚਾਰਜ, ਗੋਲੀਆਂ, ਨੁਕਸਾਨ ਹੋ ਸਕਦਾ ਜਾਨੀ ਮਾਲੀ। ਕੁੱਲ ਮਿਲਾ ਕੇ ਜੋ ਕੁਝ ਘਟਨਾਕ੍ਰਮ ਵਾਪਰ ਰਿਹਾ, ਮੈਨੂੰ ਇਹ ਖਦਸ਼ਾ, ਇਹ ਸਮਝਦੇ ਹੋ ਤੁਸੀਂ? ਮੈਨੂੰ ਇਹ ਖਦਸ਼ਾ ਕਿ ਜਿੱਦਾਂ ਦੀਆਂ ਨਾ ਅਹਿਲ ਨੀਤੀਆਂ, ਐਂਟੀ ਪੰਜਾਬ, ਐਂਟੀ ਫਾਰਮਰ ਨੀਤੀਆਂ ਦਿੱਲੀ ਵਾਲੇ ਘੜ ਕੇ ਤੇ ਬਜਿੱਦ ਹੋਏ ਨੇ, ਉਹ ਕਿਤੇ ਪੰਜਾਬ ਨੂੰ ਮੁੜ ਕੇ 80 ਦੇ ਦਹਾਕੇ ਵਾਲੇ ਯੁੱਗ 'ਚ ਨਾ ਪਾ ਦੇਣ ਕਿਤੇ, ਔਰ ਫਿਰ ਜ਼ਿੰਮੇਵਾਰ ਉਹ ਹੋਣਗੇ। ਕਿਉਂਕਿ ਪੰਜਾਬ ਦਾ ਯੂਥ ਬਹੁਤ ਵੱਡੇ ਪੱਧਰ ਤੇ ਫਰਸਟ੍ਰੇਟਡ ਹੈ। ਵੈਸੇ ਤਾਂ ਸਾਰੇ ਫਰਸਟ੍ਰੇਟਡ ਆ, ਲੋਕਾਂ ਦੀ ਆਰਥਿਕ ਲੱਕ ਟੁੱਟਿਆ ਪਿਆ ਕਿਸਾਨੀ ਦਾ। ਇੰਨੀ ਕੁ ਮੋਰਲ ਸਟਰੈਂਥ ਹੈ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ, ਜਾਂ ਇੰਨਾ ਕੁ ਮੋਰਲ ਸਟੈਂਡ ਰੱਖ ਲੈਣਗੇ ਵੀ ਪੰਜਾਬ ਦੇ ਕਿਸਾਨਾਂ ਤੇ ਲਾਠੀ ਚਾਰਜ ਕਰਵਾ ਦੇਣ? ਹਾਲਾਂਕਿ ਨੁਕਸਾਨ ਹੋ ਰਿਹਾ, ਨੁਕਸਾਨ ਬੀਜੇਪੀ ਇਹ ਵੀ ਪ੍ਰਚਾਰ ਕਰ ਰਹੀ ਹੈ ਵੀ 350 ਕਰੋੜ ਮਹੀਨੇ ਦਾ ਤਾਂ ਸਿਰਫ ਮਾਲ ਦੀ ਢੋਆ ਢੁਆਈ ਦਾ ਰੇਲਵੇ ਪੰਜਾਬ ਦੇ ਵਿੱਚੋਂ ਕਮਾ ਲੈਂਦੀ ਸੀਗੀ, ਉਹ ਹੋ ਰਿਹਾ ਨੁਕਸਾਨ। ਪਿਛਲੇ ਇੱਕ ਹਫ਼ਤੇ ਦੇ ਵਿੱਚ 18 ਟੋਲਾਂ ਦਾ ਮਿਲਾ ਕੇ 10 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੋ ਚੁੱਕਾ ਹੈ। 18 ਤੋਂ ਲੈ ਕੇ 30 ਤੱਕ ਪੈਟਰੋਲ ਪੰਪ ਘੇਰੇ ਹੋਏ ਸੀਗੇ, ਜਿਹੜਾ ਉਹਨਾਂ ਦਾ ਕਰੋੜਾਂ ਦਾ ਨੁਕਸਾਨ ਹੈ, ਉਹ ਵੀ ਤਾਂ ਸਰਕਾਰ ਤੇ ਦਬਾਅ ਬੀਜੇਪੀ ਤੇ ਬਣਾ ਹੀ ਰਹੇ ਹੈ। ਦੇਖੋ, ਪਹਿਲਾਂ ਤਾਂ ਟੋਲ ਪਲਾਜ਼ਾ ਦੀ ਮੈਂ ਗੱਲ ਕਹਿਣਾ ਚਾਹੁੰਦਾ। ਆਪਾਂ ਘੇਰੇ ਹੋਏ ਨੇ, ਠੀਕ ਹੈ, ਉਹ ਇੱਕ ਪਿਵਟ ਬਣਿਆ ਹੋਇਆ ਸੰਘਰਸ਼ ਦਾ ਕਾਰਪੋਰੇਟ ਸਿਸਟਮ ਦੇ ਖਿਲਾਫ। ਪਰ ਟੋਲ ਪਲਾਜ਼ਾ ਕੰਪਨੀਜ਼ ਨੇ ਤਾਂ ਜਿੰਨਾ ਨੁਕਸਾਨ ਹੋਇਆ ਨਾ, ਫਰਜ਼ ਕਰੋ 3 ਮਹੀਨੇ ਬੰਦ ਰਹੇ, ਉਹ ਗਵਰਨਮੈਂਟ ਆਫ ਇੰਡੀਆ ਨੇ ਤੇ ਪੰਜਾਬ ਨੇ, ਜਿਹੜਾ BOT ਦੇ ਹੁੰਦੇ ਨੇ ਇਹ, ਉਹਨਾਂ ਨੇ 3 ਮਹੀਨਿਆਂ ਦਾ ਐਕਸਟੈਂਡ ਕਰ ਦੇਣਾ ਕਿ ਤੁਸੀਂ 3 ਮਹੀਨੇ ਆਪਣੀ ਰਿਕਵਰੀ ਬਾਅਦ 'ਚ ਕਰ ਲਿਓ। ਜਿਹੜਾ ਦੂਜੀ ਗੱਲ ਹੈ ਕਿ ਅਮਰਿੰਦਰ ਸਿੰਘ ਦੀ ਨਾ ਹੁਣ ਇਮਤਿਹਾਨ ਦੀ ਘੜੀ ਹੈ ਕਿ ਕੀ ਉਹ ਵਿਧਾਨ ਸਭਾ ਵਿੱਚ ਜਿੱਦਾਂ ਕਹਿੰਦੇ ਕਿ ਸਿਰਫ ਫੇਸ ਸੇਵਿੰਗ ਕੋਈ ਰੈਜ਼ੋਲੂਸ਼ਨ ਲੈ ਕੇ ਆਉਂਦੇ ਨੇ ਕਿ ਮੈਂ ਜਵਾਬ ਦਿਆਂ ਪੰਜਾਬ ਦੇ ਲੋਕਾਂ ਨੂੰ, ਤੇ ਮੈਂ ਦਰਮਿਆਨਾ ਜਿਹਾ ਰਾਹ ਚੁਣਨਾ ਜਿਹਦੇ ਨਾਲ ਮੈਂ ਕੇਂਦਰ ਵੀ ਨਾਰਾਜ਼ ਨਾ ਕਰਾਂ, ਤੇ ਕੀ ਜਾਂ ਫਿਰ ਉਹ ਡਟ ਕੇ ਉਹ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਦੇ ਆ ਤੇ ਕਿਸੇ ਤਰ੍ਹਾਂ ਦਾ ਕੋਈ ਵਿੰਡਿਕਟਿਵ ਐਕਸ਼ਨ ਇਸ ਸੰਘਰਸ਼ 'ਤੇ ਨਹੀਂ ਲੈਣਗੇ। ਇਹ ਗੱਲ ਹੁਣ ਅਮਰਿੰਦਰ ਸਿੰਘ ਦੀ ਪਰਖ ਦੀ ਘੜੀ ਹੈਗੀ। ਤੁਹਾਡਾ ਕੀ ਰਹੂਗਾ ਵਿਧਾਨ ਸਭਾ ਦੇ ਵਿੱਚ? ਤੁਸੀਂ ਜਿਹੜੇ ਬਾਕੀ ਦੇ MLA ਜਾਂ ਤੁਹਾਡੇ ਵਾਲਾ ਗਰੁੱਪ ਹੈ ਜਿਹੜਾ, ਕੀ ਸੁਨੇਹਾ ਦਿਓਗੇ ਸਰਕਾਰ ਨੂੰ, ਕੀ ਕਹਿਣਾ ਚਾਹੋਗੇ? ਅਸੀਂ ਪਹਿਲੀ ਗੱਲ ਤਾਂ ਕਿ ਜਿੰਨਾ ਕਿਸਾਨਾਂ ਨੇ ਸੰਘਰਸ਼ ਸ਼ੁਰੂ ਕੀਤਾ ਵਾ ਉਹਦੇ 100% ਮੁਦਈ ਆ, ਚਾਹੇ ਉਹ 30 ਜਥੇਬੰਦੀਆਂ ਨੇ ਕੀਤਾ ਤੇ ਚਾਹੇ ਉਹ ਸ਼ੰਭੂ ਦਾ ਮੋਰਚਾ ਵਾ। ਉਹ ਅਲੱਗ, ਠੀਕ ਹੈ, ਸੰਘਰਸ਼ ਅਲੱਗ ਹੈ, ਲੇਕਿਨ ਟੀਚਾ ਇੱਕ ਆ। ਇਸ ਕਰਕੇ ਮੇਰਾ ਤਾਂ ਦੂਜੀ ਪੋਲੀਟੀਕਲ ਪਾਰਟੀ ਨੂੰ ਮੈਂ ਕਈ ਵਾਰੀ ਕਹਿ ਚੁੱਕਾ ਕਿ ਹੁਣ ਆਪਣੇ ਝੰਡੇ ਨਾ ਵਰਤੋ ਇਸ ਗੱਪ ਵਿੱਚ। ਤੁਸੀਂ ਇਹ ਉਹਨਾਂ ਦੇ ਸੰਘਰਸ਼ ਨੂੰ ਕਨਫਿਊਜ਼ ਨਾ ਕਰੋ, ਤੁਸੀਂ ਸਗੋਂ ਆਪਣਾ ਸਾਰਾ ਜਿੰਨਾ ਜ਼ੋਰ ਆ ਉਹ ਉਹਨਾਂ ਦੇ ਪਿੱਛੇ ਲਾਓ। ਉਹਦੇ ਨਾਲ ਪੰਜਾਬ ਦੀ ਇੱਕਜੁੱਟਤਾ ਜਿਹੜੀ ਹੈ ਨਾ, ਉਹ ਕੰਪਲੀਟ ਸਾਨੂੰ ਨਜ਼ਰ ਆਵੇਗੀ। ਸੋ ਵਿਧਾਨ ਸਭਾ ਦੇ ਵਿੱਚ ਅਸੀਂ ਜਦ ਤੱਕ ਹੁਣ ਚੀਫ ਮਿਨਿਸਟਰ ਸਾਹਿਬ ਆਪਣੀ ਗੱਲ ਪ੍ਰਪੋਜ਼ ਨਹੀਂ ਕਰਦੇ ਕਿ ਮੈਂ ਗਵਰਨਮੈਂਟ ਜਿਹੜੀ ਅਸੀਂ ਇਹਨਾਂ ਕਾਲੇ ਕਾਨੂੰਨਾਂ ਦਾ ਜਵਾਬ ਇਸ ਢੰਗ ਨਾਲ ਦੇਣਾ ਚਾਹੁੰਦੇ ਹਾਂ, ਉਹ ਤਾਂ ਉੱਥੇ ਹੀ ਪਤਾ ਲੱਗੇਗਾ। ਅਗਰ ਉਹ ਕਮਜ਼ੋਰੀ ਨਾਲ ਕੁਝ ਦੇਣਗੇ ਅਸੀਂ ਵਿਰੋਧ ਕਰਾਂਗੇ, ਅਗਰ ਉਹ ਕੋਈ ਡਟ ਕੇ ਸਟੈਂਡ ਲੈਣਗੇ ਤਾਂ 100% ਸਪੋਰਟ ਕਰਾਂਗੇ। ਅੱਛਾ, ਇੱਕ ਸਵਾਲ, ਆਖਰੀ ਸਵਾਲ ਹੈ ਖਹਿਰਾ ਸਾਹਿਬ। ਅਕਾਲੀ ਦਲ ਫੈਡਰਲਿਜ਼ਮ ਦਾ ਬਹੁਤ ਵੱਡਾ ਮੁੱਦਾ ਹੀ ਰਿਹਾ ਹੁਣ ਤੱਕ, ਔਰ ਹੁਣ ਫੈਡਰਲਿਜ਼ਮ ਨੂੰ ਲੈ ਕੇ ਬਹੁਤ ਸਵਾਲ ਉੱਠ ਰਹੇ ਤਾਜ਼ਾ ਦੌਰ ਦੇ ਵਿੱਚ, ਇਹਨਾਂ ਵਕਤਾਂ ਦੇ ਵਿੱਚ। ਬਿਜਲੀ ਨੂੰ ਲੈ ਕੇ ਜਿਹੜੇ ਰਿਫਾਰਮਸ ਜਾਂ ਕਾਨੂੰਨ ਆ ਰਹੇ ਹੈਗੇ, ਉਹ ਸਾਰਾ ਜਨਰੇਸ਼ਨ ਡਿਸਟ੍ਰੀਬਿਊਸ਼ਨ ਸਾਰੀ ਕੱਢ ਕੇ ਉਹਨਾਂ ਨੇ ਸੈਂਟਰ 'ਚ ਲੈ ਲੈਣੀ ਹੈ। ਉਸ ਤੋਂ ਬਾਅਦ ਸਭ ਕੁਝ ਕਾਰਪੋਰੇਟ ਤੈਅ ਕਰਨਗੇ ਕਿਸ ਰੇਟ ਤੇ ਜਾਊਗੀ, ਕਿਵੇਂ ਡਿਸਟ੍ਰੀਬਿਊਟ ਹੋਊਗੀ। ਇਹ ਵੀ ਇੱਕ ਵੱਡਾ ਹਮਲਾ ਹੋਊਗਾ, ਕਿਉਂਕਿ ਸਾਡੇ ਤੋਂ ਸਾਰਾ ਕੁਝ, ਜਨਰੇਸ਼ਨ ਵੀ, ਡਿਸਟ੍ਰੀਬਿਊਸ਼ਨ ਸਾਰੀ ਸਾਡੇ ਤੋਂ ਲੈ ਲੈਣੀ ਹੈ। ਤਾਂ ਇਹਦੇ ਤੇ ਕੋਈ ਗੱਲ ਕਿਉਂ ਨਹੀਂ ਕਰਦਾ, ਕੋਈ ਪਾਰਟੀ ਕਿਉਂ ਨਹੀਂ ਉੱਠਦੀ ਕਿ ਫੈਡਰਲਿਜ਼ਮ ਤੇ ਬੇਸਿਕ ਗੱਲ ਕਿਉਂ ਨਹੀਂ ਕਰਦੀ? ਸਭ ਤੋਂ ਵੱਡੇ ਮੁੱਦੇ ਤਾਂ ਇੱਥੇ ਫੈਡਰਲਿਜ਼ਮ ਦੇ ਪੁਰਾਣੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਸੀਗਾ। ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਸੀਗਾ, ਉਦੋਂ ਤੁਸੀਂ ਦੇਖੋਗੇ ਤਾਂ ਬਹੁਤ ਅੱਛੀਆਂ ਗੱਲਾਂ ਸੀ। ਐਵੇਂ ਮੀਡੀਆ ਨੇ ਬਦਨਾਮ ਕਰਤਾ, ਇਹਨੂੰ ਡਿਵਿਸਿਵ ਕਹਿਤਾ, ਇਹਨੂੰ ਐਂਟੀ ਨੈਸ਼ਨਲ ਕਹਿਤਾ, ਕਿਸੇ ਨੇ ਪੜ੍ਹਿਆ ਨਹੀਂ ਸੀ ਚੱਜ ਨਾਲ। ਉਹਦੇ 'ਚ ਕੋਈ ਮਾੜੀ ਗੱਲ ਨਹੀਂ ਸੀ, ਉਹ ਤਾਂ ਸੂਬਿਆਂ ਦੇ ਵੱਧ ਅਧਿਕਾਰ ਦੀ ਗੱਲ ਕਰਦੇ। ਜਿਹੜੇ ਅਕਾਲੀ ਦਲ ਦਾ ਸੰਘਰਸ਼ ਸੀਗਾ, ਜਦੋਂ ਦਾ ਬਾਦਲ ਪਰਿਵਾਰ ਦੇ ਹੱਥ ਵਿੱਚ ਆਇਆ, ਉਦੋਂ ਦਾ ਉਹਨਾਂ ਨੇ ਆਪਣਾ ਏਜੰਡਾ ਹੀ ਛੱਡਤਾ ਸਾਰਾ। ਸੁਖਬੀਰ ਬਾਦਲ ਆਪ ਹੀ ਖੁਦ ਕਾਰਪੋਰੇਟ ਹੈ, ਦੂਜਿਆਂ ਨੂੰ ਕੀ ਕਹੂਗਾ? ਅੰਬਾਨੀਆਂ ਅਡਾਨੀਆਂ ਨੂੰ ਤਾਂ ਸਵਾਲ ਕੋਈ ਬੰਦਾ ਜਿਹੜਾ ਬਿਲਕੁਲ ਸਧਾਰਨ ਲੀਡਰ ਆ ਕੋਈ ਉਹ ਕਰ ਸਕਦਾ। ਇਹਨਾਂ ਦੇ ਤਾਂ ਆਪਣੇ 7 ਸਟਾਰ ਹੋਟਲ ਨੇ, ਸੈਂਕੜੇ ਬੱਸਾਂ ਨੇ, ਏਵੀਏਸ਼ਨ ਜਹਾਜ਼ਾਂ ਦੀਆਂ ਕੰਪਨੀਆਂ ਨੇ, ਆਪਣਾ ਪਰਸਨਲ ਜਹਾਜ਼ ਆ। ਸੋ ਇਸ ਕਰਕੇ ਅਕਾਲੀ ਦਲ ਮੋਰਲੀ
ਅੱਜ ਦੀ ਡੇਟ ਵਿੱਚ ਨਾ ਫੈਡਰਲਿਜ਼ਮ ਦੀ ਗੱਲ ਕਹਿਣ ਦੇ ਯੋਗ ਹੀ ਨਹੀਂ ਰਿਹਾ। ਇਹ ਤਲਾਂਜਲੀ ਦੇ ਚੁੱਕੇ ਨੇ। ਇਹਨਾਂ ਨੂੰ ਜਿੱਦਣ ਜੰਮੂ ਕਸ਼ਮੀਰ ਦੇ 2 ਟੋਟੇ ਕੀਤੇ ਸੀ ਨਾ, ਇਹਨਾਂ ਨੂੰ ਉਦੋਂ ਉੱਥੇ ਪਾਰਲੀਮੈਂਟ ਵਿੱਚ ਸਟੈਂਡ ਲੈਣਾ ਚਾਹੀਦਾ ਸੀਗਾ, ਕਿਉਂਕਿ ਉਹ ਸਟੇਟਾਂ ਦੇ ਉੱਤੇ ਸਿੱਧਾ ਡਾਇਰੈਕਟਲੀ ਹਮਲਾ ਸੀਗਾ। ਜਾਂ ਜਦੋਂ ਸਿਟੀਜ਼ਨ ਅਮੈਂਡਮੈਂਟ ਐਕਟ ਆ ਰਿਹਾ ਸੀਗਾ, ਜਾਂ ਜਦੋਂ ਇੰਟਰਲਿੰਕਿੰਗ ਆਫ ਰਿਵਰ ਵਾਟਰਸ ਦੀ ਗੱਲ ਚੱਲ ਰਹੀ ਸੀ, ਜਾਂ ਜਦੋਂ GST ਦੀ ਗੱਲ ਚੱਲ ਰਹੀ ਸੀਗੀ, ਇਹ ਕਹਿੰਦੇ ਕਿ ਨਹੀਂ ਜੀ, ਇਹ ਤੁਸੀਂ ਸੂਬਿਆਂ ਦੇ ਅਧਿਕਾਰ ਖੋ ਰਹੇ ਹੋ। ਇਸ ਕਰਕੇ ਅਕਾਲੀ ਦਲ ਅੱਜ ਦੀ ਡੇਟ ਵਿੱਚ ਜਿੱਦਾਂ BJP ਨਫ਼ਰਤ ਦੀ ਪਾਤਰ ਬਣੀ ਹੋਈ ਹੈ ਸਾਰੇ ਪੰਜਾਬ ਦੇ ਵਿੱਚ, ਇੱਦਾਂ ਅਗਰ ਨੰਬਰ 2 ਤੇ ਕੋਈ ਨਫ਼ਰਤ ਦਾ ਪਾਤਰ ਹੈ ਤਾਂ ਉਹ ਅਕਾਲੀ ਦਲ ਬਣ ਗਿਆ ਵਾ। ਤਾਈਓਂ ਤਾਂ ਗੁਰਪ੍ਰੀਤ ਜੀ ਆਵਾਜ਼ ਉੱਠ ਰਹੀ ਹੈ ਨਾ ਕਿ ਕੋਈ ਵਿਕਲਪ ਪੈਦਾ ਕਰੋ। ਆ ਵੀ ਜਿਹੜਾ ਕਿਸਾਨ ਇਹ ਸਾਰੀ ਐਜੀਟੇਸ਼ਨ ਆਪ ਮੁਹਾਰੇ ਲੋਕੀ ਲੱਭ ਰਹੇ ਨੇ ਕਿ ਅਸੀਂ ਕਿਹੜੇ ਰਾਹ ਦੇ ਉੱਤੇ ਕਿਸ ਨਾਲ ਕਰੀਏ। ਤਾਈਓਂ ਇੱਕ ਖੇਤਰੀ ਜਜ਼ਬਾਤਾਂ ਵਾਲੇ ਪਲੇਟਫਾਰਮ ਦੀ ਲੋਕੀ ਭਾਲ ਵਿੱਚ ਆ। ਜਿਹੜੀਆਂ ਕੇਂਦਰੀ ਪਾਰਟੀਆਂ ਨੇ ਨਾ, ਚਾਹੇ ਕੋਈ ਆ, ਮੈਂ ਨਾਮ ਵੀ ਲਵਾਂ, ਸਾਰੇ ਤੁਸੀਂ ਸਮਝ ਗਏ ਹੋ, ਇਹਨਾਂ ਕੋਲ ਪੰਜਾਬ ਦੇ ਮੁੱਦਿਆਂ ਦਾ ਹੱਲ ਹੀ ਹੈ ਨਹੀਂਗਾ। ਤੁਹਾਨੂੰ ਲੱਗਦਾ ਹੈ ਕਿ ਇਹ ਅਲਖ ਜੀ ਜਾਗੀ ਹੈ ਇਸ ਕਿਸਾਨ ਸੰਘਰਸ਼ ਦੇ ਵਿੱਚ, ਜਿੰਨਾ ਨੌਜਵਾਨ ਅਸੀਂ ਬਾਹਰ ਨਿਕਲਦਾ ਹੋਇਆ ਦੇਖ ਰਹੇ ਹਾਂ, ਉਹ ਨੌਜਵਾਨ ਨੂੰ ਇਹਨਾਂ ਗੱਲਾਂ ਦੀ ਸਮਝ ਆ ਰਹੀ ਹੈ ਕਿ ਫੈਡਰਲਿਜ਼ਮ ਕੀ ਹੁੰਦਾ ਹੈ ਜਾਂ ਆਪਣੀ ਰੀਜਨਲ ਐਂਟੀਟੀ ਹੈ ਜਿਹੜੀ ਉਹ ਕੀ ਹੁੰਦੀ ਹੈ, ਸਮਝ ਆ ਰਹੀਆਂ ਮੇਰਾ ਖਿਆਲ ਹੈ ਕਿ ਇਸ ਸੰਘਰਸ਼ ਵਿੱਚ ਹੋਰ ਇਸ ਦਾ ਗਿਆਨ ਵਿੱਚ ਵਾਧਾ ਹੋ ਰਿਹਾ ਲੋਕਾਂ ਦੇ ਵਿੱਚ। ਇੱਕ ਤਾਂ ਸੋਸ਼ਲ ਮੀਡੀਆ ਦੇ ਰਾਹੀਂ ਹੁਣ ਤੁਸੀਂ ਦੇਖੋਗੇ ਜਿਹੜੇ ਕਿਸਾਨ ਜਥੇਬੰਦੀਆਂ, ਉੱਥੇ ਕੋਈ ਰੂਟੀਨ ਪੋਲੀਟੀਕਲ ਲੀਡਰ ਥੋੜ੍ਹਾ ਬੋਲ ਰਹੇ ਆ। ਉੱਥੇ ਤਾਂ ਸਧਾਰਨ ਪਿੰਡਾਂ ਦੇ ਲੋਕ, ਆਮ ਕਿਸਾਨ, ਹਿਊਮਨ ਰਾਈਟ ਐਕਟਿਵਿਸਟ, ਕੋਈ ਹੋਰ ਐਕਟਿਵਿਸਟ, ਮੈਂ ਕਈਆਂ ਦੇ ਤਕਰੀਰਾਂ ਸੁਣੀਆਂ, ਉਹ ਕਾਫੀ ਹੱਦ ਤੱਕ ਐਜੂਕੇਟਿਵ ਆ ਕਿ ਲੀਡਰਾਂ ਦੇ ਕੋਲ ਬਹੁਤਾ ਕੁਝ ਕਹਿਣ ਨੂੰ ਹੈ ਵੀ ਨਹੀਂਗਾ। ਇਹਨਾਂ ਕੋਲ ਤਾਂ ਰੂਟੀਨ ਉਹੀ ਆ, ਭੰਡੀ ਪ੍ਰਚਾਰ। ਇਸ ਕਰਕੇ ਇਹਦੇ ਨਾਲ ਕਾਫੀ ਮੇਰਾ ਖਿਆਲ ਹੈ ਰੀਜਨਲ ਐਸਪੀਰੇਸ਼ਨਸ ਕਿਸਾਨ ਸੰਘਰਸ਼ ਦੇ ਵਿੱਚੋਂ ਕਾਫੀ ਹੱਦ ਤੱਕ ਮਜ਼ਬੂਤ ਹੋਈਆਂ ਨੇ। ਔਰ ਲੋਕਾਂ ਨੂੰ ਸਮਝ ਆ ਗਿਆ ਕਿ ਜੇ ਅਸੀਂ ਪੰਜਾਬ ਨੂੰ ਆਪਣੇ ਨੂੰ ਸਵਾਰਨਾ ਵਾ ਤਾਂ ਫਿਰ ਸਾਨੂੰ ਆਪਣਾ ਕੁਝ ਘੜਨਾ ਪਊਗਾ। ਔਰ ਸਾਡੇ ਕੋਲ ਆਪਣਾ ਬਹੁਤ ਵਧੀਆ ਘੜਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਸੀਗਾ, 100 ਸਾਲ ਪੁਰਾਣੀ ਇਤਿਹਾਸਿਕ ਪਾਰਟੀ, ਕੁਰਬਾਨੀਆਂ ਸੀ, ਸਭ ਕੁਝ ਸੀਗਾ। ਅਨਫੋਰਚੂਨੇਟਲੀ ਇਹ ਬਾਦਲ ਦੇ ਪਰਿਵਾਰ ਨੇ ਬਹੁਤ ਵੱਡਾ ਨੁਕਸਾਨ ਕੀਤਾ, ਨਾ ਸਿਰਫ ਪੰਜਾਬ ਦਾ ਕੀਤਾ, ਬਲਕਿ ਜਿਹੜੇ ਦੇਸ਼ ਵਿੱਚ ਫੈਡਰਲ ਢਾਂਚੇ ਦੀ ਗੱਲ ਚੱਲ ਸਕਦੀ ਸੀਗੀ ਉਹਨੂੰ ਵੀ ਤਬਾਹ ਕੀਤਾ। ਔਰ ਜਦੋਂ ਇਹਨਾਂ ਨੇ ਪੋਲੀਟੀਕਲ ਸਪੇਸ ਖਾਲੀ ਕੀਤੀ ਆ, ਉਸ ਸਪੇਸ ਨੂੰ ਥੋੜ੍ਹੇ ਸਮੇਂ ਵਾਸਤੇ ਕੇਜਰੀਵਾਲ ਪਾਰਟੀ ਨੇ ਭਰਿਆ। ਪਰ ਜਦੋਂ ਲੋਕਾਂ ਨੇ ਦੇਖਿਆ ਕਿ ਇਹ ਵੀ ਜੋ ਆਪਾਂ ਤੇ ਚੁੱਪ ਨੇ, ਕੇਜਰੀਵਾਲ ਦਾ ਵੀ ਮਾਫ ਕਰਨਾ ਜਿਹੜਾ ਰਵੱਈਆ ਨਾ, ਅਗਰ ਤੁਸੀਂ ਐਨਾਲਾਈਜ਼ ਕਰੋਗੇ ਪਿਛਲੇ ਸਾਲ ਕੁ ਦੀ ਗੱਲ ਹੀ ਕਰ ਲਈਏ, ਤਾਜ਼ੀ ਮੈਮਰੀ, ਦਿੱਲੀ ਵਿੱਚ ਕਿੱਡੇ ਵੱਡੇ ਦੰਗੇ ਹੋਏ, ਚੀਫ ਮਿਨਿਸਟਰ ਮੂਕ ਦਰਸ਼ਕ ਬਣ ਕੇ ਬੈਠਾ ਰਿਹਾ। ਇਹ ਘੱਟ ਗਿਣਤੀਆਂ ਤੇ ਏਡਾ ਵੱਡਾ ਹਮਲਾ ਸੀਗਾ। ਮੰਨ ਲਿਆ ਤੁਹਾਡੇ ਕੋਲ ਪੁਲਿਸ ਨਹੀਂ, ਤੁਸੀਂ 50-60 MLA ਸੀਗੇ, ਬਾਹਰ ਨਿਕਲਦੇ ਲੋਕਾਂ 'ਚ ਹਾਂ ਦਾ ਨਾਰਾ ਮਾਰਦੇ, ਬੋਲੇ ਹੀ ਨਹੀਂ। ਕਿਉਂ ਨਹੀਂ ਬੋਲੇ, ਇਹ ਹੁਣ ਉਹ ਜਵਾਬ ਉਹ ਦੇ ਸਕਦੇ ਨੇ। ਸਿਮਿਲਰਲੀ ਜਿਹੜੇ J&K ਦਾ ਬਟਵਾਰਾ ਹੋਇਆ, ਇੱਕ ਪਾਸੇ ਤੁਸੀਂ ਕਹਿੰਦੇ ਕਿ ਦਿੱਲੀ ਪੂਰਨ ਸਟੇਟਹੁੱਡ ਮਿਲਣਾ ਚਾਹੀਦਾ, ਇੱਕ ਪਾਸੇ ਤੁਹਾਡੇ ਸਾਹਮਣੇ ਇੱਕ ਸੂਬੇ ਨੂੰ ਤੋੜ ਕੇ 2 ਯੂਨੀਅਨ ਟੈਰੀਟਰੀਜ਼ ਬਣਾਤੀਆਂ, ਆਪਾਂ ਉਹਦੇ 'ਤੇ ਵੀ ਚੁੱਪ ਰਹੇ ਹਾਂ। ਆ ਜਿਹੜੇ ਹੁਣ ਯੂਆਪਾ ਦੇ ਇਕੱਲੇ ਪੰਜਾਬ 'ਚ ਨਹੀਂ ਦੁਰਉਪਯੋਗ ਹੋ ਰਿਹਾ, ਸਾਰੇ ਦੇਸ਼ ਵਿੱਚ BJP ਬਹੁਤ ਦੁਰਉਪਯੋਗ ਕਰ ਰਹੀ। ਦਿੱਲੀ 'ਚ ਬਹੁਤ ਦੁਰਉਪਯੋਗ ਹੋਇਆ। ਜਿਹੜੇ ਸੀ ਨਾ ਇੰਟੈਲੈਕਚੁਅਲ ਐਕਟਿਵਿਸਟ ਸੀਗੇ, ਜਿਹੜੇ ਜਾਮੀਆ ਮਿਲੀਆ ਯੂਨੀਵਰਸਿਟੀ ਦੇ, ਜਵਾਹਰ ਲਾਲ JNU ਦੇ, ਉਹਨਾਂ ਸਾਰਿਆਂ ਦੇ ਯੂਆਪਾ ਠੁੱਕੀ ਆਉਂਦੀ ਆ ਸਰਕਾਰ। ਸਫੂਰਾ ਜਰਗਰ ਵਰਗਿਆਂ ਤੇ ਨਵਲੱਖਾ ਕੇ ਅੰਬੇਦਕਰ ਸਾਹਿਬ ਦੇ ਪੋਤੇ ਦੇ ਉੱਤੇ ਲਾਤਾ। ਵਰਵਰਾ ਰਾਓ ਆ ਹੁਣੇ ਥੋੜ੍ਹੇ ਦਿਨ ਪਹਿਲਾਂ 83 ਸਾਲ ਦੇ ਨਾਮ, ਹਾਂ, ਉਹਨਾਂ ਦੇ ਦਿੱਲੀ ਵਾਲਿਆਂ ਨੇ ਉੱਥੇ ਵੀ ਜੋ। ਸੋ ਈਵਨ ਯੂਆਪਾ ਦਾ ਦਿੱਲੀ ਵਿੱਚ ਇੱਕ ਡ੍ਰੈਕੋਨੀਅਨ ਕਾਲੇ ਕਾਨੂੰਨ ਦਾ ਦਿੱਲੀ ਦੇ ਚੀਫ ਮਿਨਿਸਟਰ ਨੇ ਕੁਝ ਨਹੀਂ ਬੋਲੇ। ਸੋ ਦੈਟ ਸ਼ੋਜ਼ ਕਿ ਸਮ ਹਾਊ ਪੰਜਾਬ ਦਾ ਜਿਹੜਾ ਆਵਾਮ ਆ ਉਹ ਸਮਝ ਚੁੱਕਾ ਕਿ ਇਹ ਵੀ ਸਾਡਾ ਅਲਟਰਨੇਟਿਵ ਨਹੀਂਗਾ। ਔਰ ਮੇਰੀ ਨਿਗਾਹ ਦੇ ਵਿੱਚ, ਮੈਂ ਨੋਟ ਦੈਟ ਕਿ ਮੈਂ ਕੋਈ ਰੋਕਟ ਸਾਇੰਸ ਹੈ ਮੇਰੇ ਕੋਲ, ਪਰ ਸਾਦੀ ਜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਜਿੱਦਣ ਪੰਜਾਬ ਦੇ ਆਗੂ ਤੇ ਪੰਜਾਬ ਦੇ ਚੰਗੇ ਲੋਕ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਉਦੋਂ ਪੰਜਾਬ ਦੀ ਹਿਫਾਜ਼ਤ ਕਰ ਸਕਣਗੇ, ਵਰਨਾ ਫਿਰ ਤਰੀਕੇ ਨਾਲ ਸਾਡੇ ਕੋਲ ਸਭ ਕੁਝ ਹੌਲੀ ਹੌਲੀ ਖੁੱਸ ਰਿਹਾ ਵਾ। ਚਲੋ ਇਹ ਗੱਲ ਥੋੜੀ ਜਿਹੀ ਰਾਹ ਪਈ ਹੈ। ਤੁਸੀਂ ਅਕਸਰ ਗੱਲ ਕਰਦੇ ਹੋ ਇਸ ਤਰ੍ਹਾਂ ਦੇ ਪਲੇਟਫਾਰਮ ਦੀ, ਪਰ ਉਸ ਪਲੇਟਫਾਰਮ ਦੇ ਵਿੱਚ ਮਤਲਬ ਕੀ ਸਾਰੇ ਲੋਕ ਇਕੱਠੇ ਰਹਿ ਪਾਉਣਗੇ, ਇਹ ਬੜਾ ਵੱਡਾ ਸਵਾਲ ਹੋ ਜਾਂਦਾ। ਖਹਿਰਾ ਸਾਹਿਬ, ਪਲੇਟਫਾਰਮ ਨਵਜੋਤ ਸਿੰਘ ਸਿੱਧੂ ਵੀ ਖੁਸ਼ ਨਹੀਂ ਹੈਗੇ ਆਪਣੀਆਂ ਪਾਰਟੀਆਂ ਤੋਂ, ਜਾਂ ਜਿਹੜੀ ਵੀ ਪਾਰਟੀ 'ਚ ਉਹ ਗਏ ਉਸ ਦੇ ਵਰਕਿੰਗ ਮਾਡਲ ਤੋਂ ਤੁਹਾਡੇ ਵਾਂਗੂ ਉਹ ਵੀ ਖੁਸ਼ ਨਹੀਂ ਦਿਖਾਈ ਦਿੱਤੇ। ਉਹ ਵੀ ਜਾਂ ਤਾਂ ਹੁਣ ਇਹੀ ਹੈ ਵੀ ਇਹ ਤੁਸੀਂ ਜਿਹੜੇ ਸਾਰੇ ਲੋਕ ਹੋ ਇੱਕ ਥਾਂ ਤੇ ਇਕੱਠੇ ਹੋਵੋ, ਜਾਂ ਫਿਰ ਇਸੇ ਤਰ੍ਹਾਂ ਲੱਗੇ ਰਹੇ ਤਾਂ ਫਿਰ ਪਲੇਟਫਾਰਮ ਨਹੀਂ ਪਤਾ ਵਾ। ਜੇ ਅਸੀਂ ਅਲੱਗ ਥਲੱਗ ਰਹੇ ਤਾਂ ਨੁਕਸਾਨ ਹੋਊਗਾ। ਮੈਂ ਤਾਂ ਕਹਿੰਦਾ ਕਿ ਆਹ ਕਿਸਾਨ ਸੰਘਰਸ਼ ਹੈ, ਇਹਦੇ 'ਚ ਹੋਰ ਬੜੇ
ਮੀਨਿੰਗਫੁਲ ਵੈਲਿਊਏਬਲ ਚੰਗੇ ਆਗੂ ਉੱਭਰ ਰਹੇ ਨੇ ਪੰਜਾਬ ਨੂੰ ਇੱਕ ਨਵੀਂ ਲੀਡਰਸ਼ਿਪ ਦੀ ਉਮੀਦ ਤੇ ਆਸ ਦੀ ਕਿਰਨ ਵੀ ਨਜ਼ਰ ਆ ਰਹੀ ਹੈ। ਇਸ ਕਰਕੇ ਜਿਹੜੇ ਥੋੜ੍ਹੇ ਪੁਰਾਣੇ ਵਾਲੇ ਬੰਦੇ ਜਿਨ੍ਹਾਂ ਦੇ ਨਾਮ ਤੁਸੀਂ ਲੈ ਰਹੇ ਹੋ, ਪਲੱਸ ਅਸੀਂ ਨਾਲ ਅੱਛੇ ਜਿਹੜਾ ਜਿਹਨੂੰ ਕਹਿੰਦੇ ਕਿ ਬੜੇ ਐਗਰੈਸਿਵ ਯੂਥ ਜਿਹੜਾ ਉਹਨੂੰ ਨਾਲ ਇੰਗੇਜ ਕਰੀਏ ਤੇ ਅਸੀਂ ਆਪਣਾ ਅੱਡਾ ਬਣਾ ਸਕਦੇ। ਕੋਈ ਲੰਬੀ ਚੌੜੀ ਗੱਲ ਨਹੀਂ ਗੀ। ਕਿਸਾਨ ਸੰਘਰਸ਼ ਦੇ ਵਿੱਚੋਂ ਵੀ ਡੈਫੀਨੇਟਲੀ, ਕਿਉਂਕਿ ਕਹਿੰਦੇ ਨੇ ਕਿ ਕ੍ਰਾਈਸਿਸ ਚੋਂ ਹੀ ਲੀਡਰਸ਼ਿਪ ਪੈਦਾ ਹੁੰਦੀ ਹੈ, ਐਡਵਰਸਿਟੀਜ਼ ਦੇ ਵਿੱਚੋਂ ਹੀ ਓਪਰਚੁਨਿਟੀ ਨਿਕਲਦੀ ਆ। ਇੱਕ ਤਾਂ ਇਹ ਸਮਾਂ ਵਾ। ਦੂਸਰਾ, ਪੰਜਾਬ 'ਚ SGPC ਦੇ ਇਲੈਕਸ਼ਨ ਵੀ ਆਉਣ ਦੇ ਚਾਂਸ ਹੈਗੇ। SGPC ਦੀ ਇਲੈਕਸ਼ਨ 'ਚ ਅੱਜ ਦੀ ਡੇਟ ਵਿੱਚ ਬਾਦਲ ਪਰਿਵਾਰ ਦੇ ਖਿਲਾਫ ਬਹੁਤ ਭਾਰੀ ਰੋਸ ਆ ਲੋਕਾਂ ਨੂੰ, ਸਿੱਖਾਂ ਨੂੰ ਖਾਸ ਤੌਰ 'ਤੇ ਬਾਈਬਲ ਕਲਾਂ ਦੀ ਗੋਲੀਕਾਂਡ ਨੂੰ ਲੈ ਕੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਨੂੰ ਲੈ ਕੇ, ਔਰ ਜਿਸ ਢੰਗ ਦੇ ਨਾਲ ਅਕਾਲੀ ਦਲ ਨੇ ਤਿਲਾਂਜਲੀ ਦਿੱਤੀ ਆਪਣੇ ਮੁੱਦਿਆਂ ਨੂੰ, ਉਹ ਵੀ ਇੱਕ ਅਲਟਰਨੇਟਿਵ ਪੈਦਾ ਹੋ ਸਕਦਾ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਗਲੋਰੀਅਸ ਪਾਰਟੀ ਹੈ। ਅਗਰ ਉਹ ਸਹੀ ਡੈਮੋਕ੍ਰੈਟਿਕ ਹੱਥਾਂ ਵਿੱਚ ਚੱਲ ਜੂਗੀ, ਕੱਲ੍ਹ ਨੂੰ ਪੰਜਾਬ ਦਾ ਪੋਲੀਟੀਕਲ ਅਲਟਰਨੇਟਿਵ ਉਹ ਵੀ ਹੋ ਸਕਦਾ, ਬਸ਼ਰਤ ਕਿ ਉਹ ਵੀ ਬਾਦਲਾਂ ਵਾਂਗੂ BJP ਦੇ ਅੱਗੇ ਗੋਡੇ ਨਾ ਟੇਕਣ। ਦੇ ਹੈਵ ਟੂ ਬੀ ਇੰਡੀਪੈਂਡੈਂਟ। ਪਰ ਮੌਜੂਦਾ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ SGPC ਤੇ ਇੰਡੀਪੈਂਡੈਂਟ ਕੋਈ ਸੰਸਥਾ ਆ ਸਕਦੀ ਹੈ ਜਾਂ ਆਉਣ ਦੀ ਚਾਹ ਰੱਖ ਸਕਦੀ ਹੈ? SGPC ਦੀ ਚੋਣਾਂ ਵਿੱਚ ਮੈਂ ਕਹਿ ਰਿਹਾ, ਅਗਰ ਕੋਈ ਮਜ਼ਬੂਤ ਕੰਬੀਨੇਸ਼ਨ ਬਾਦਲ ਪਰਿਵਾਰ ਨੂੰ ਪਰੇ ਕਰਦਾ, ਨਾਲੇ ਦਾ ਸਾਡੀ SGPC ਆਜ਼ਾਦ ਹੋ ਜੂਗੀ। ਕਿਉਂਕਿ SGPC ਹੈਜ਼ ਬਿਕਮ ਟੋਟਲੀ ਕਰਪਟ ਬੋਡੀ। ਤੁਸੀਂ ਦੇਖ ਰਹੇ ਹੋ ਜਿੱਦਾਂ ਸਰਕਾਰ ਦੇ ਵਿੱਚ ਫੰਕਸ਼ਨਿੰਗ 'ਚ ਕਰਪਸ਼ਨ ਹੈਗੀ, ਉਹਦੇ ਨਾਲੋਂ ਜ਼ਿਆਦਾ SGPC ਵਿੱਚ ਕਰਪਸ਼ਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਗੱਲ ਚੱਲ ਰਹੀ, ਕਿਸੇ ਪਾਸੇ ਹੀ ਨਹੀਂ ਲੱਗ ਰਹੀ। ਹਾਊ ਇਜ਼ ਇਟ ਪੋਸੀਬਲ ਕਿ SGPC ਨੂੰ ਪਤਾ ਹੀ ਨਾ ਲੱਗੇ ਕਿ 328 ਸਰੂਪ ਕਿੱਥੇ ਚੱਲ। ਸਿਮਿਲਰਲੀ ਅਕਾਲ ਤਖਤ ਸਾਹਿਬ ਦਾ ਜਿਹੜਾ ਉਸ ਅਹੁਦੇ ਦਾ ਦੁਰਉਪਯੋਗ, ਅਕਾਲ ਤਖਤ ਤਾਂ ਰਹੂਗਾ ਜਿੱਥੇ ਹੈਗਾ, ਉਹਦੀ ਸ਼ਾਨ ਤੇ ਮਹਾਨਤਾ ਤਾਂ ਰਹਿਣੀ ਹੈ। ਪਰ ਜਦੋਂ ਉੱਥੇ ਕੁਝ ਆਪਣੇ ਤੁਸੀਂ ਚਹੇਤਿਆਂ ਨੂੰ ਬਿਠਾ ਕੇ ਉਹ ਜਿਹੜਾ ਡੇਰਾ ਸੱਚਾ ਸੌਦੇ ਵਾਲੇ ਨੂੰ ਮਾਫੀ ਦਵਾਈ ਸੀ ਨਾ, ਇਹ ਸਾਰੀਆਂ ਗੱਲਾਂ ਦਾ ਗੁੱਸਾ ਲੋਕਾਂ ਦੇ ਬਾਦਲ ਦੇ ਪਰਿਵਾਰ ਦੇ ਪ੍ਰਤੀ ਬਹੁਤ ਜ਼ਿਆਦਾ ਵਾ। ਇਨਫੈਕਟ ਵੱਧ ਰਿਹਾ ਵਾ ਸਰਪ੍ਰਾਈਜ਼ਿੰਗਲੀ। ਇਸਤੀਫਾ ਵੀ ਜ਼ੀਰੋ, ਗੱਠਜੋੜ ਤੋੜਿਆ ਉਹ ਵੀ ਜ਼ੀਰੋ ਇਫੈਕਟ, ਰੋਸ ਮਾਰਚ ਕੱਢੀ ਆ ਵੱਡੀ ਗੱਡੀਆਂ ਵਾਲੀ ਉਹ ਵੀ ਜ਼ੀਰੋ ਇਫੈਕਟ। ਔਰ SGPC ਤਾਂ ਹੀ ਮੈਂ ਕਿਹਾ ਕਿ SGPC ਕੈਨ ਆਲਸੋ ਪ੍ਰੋਵਾਈਡ a strong regional alternative leadership in ਪੰਜਾਬ। ਬਹੁਤ ਸ਼ੁਕਰੀਆ ਖਹਿਰਾ ਸਾਹਿਬ ਇਹਨਾਂ ਤਮਾਮ ਗੱਲਾਂ ਦੇ ਲਈ। ਸੁਖਪਾਲ ਸਿੰਘ ਖਹਿਰਾ, 19 ਤਰੀਕ ਨੂੰ ਹੁਣ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ, ਜਿਸ ਦੇ ਵਿੱਚ ਉਮੀਦ ਇਹ ਹੈ, ਸਰਕਾਰ ਵੀ ਇਹ ਦਾਅਵਾ ਕਰ ਰਹੀ ਹੈ, ਕਾਂਗਰਸ ਦੇ ਹਲਕਿਆਂ ਦੇ ਵਿੱਚ ਦਾਅਵਾ ਹੋ ਰਿਹਾ ਕਿ ਅਸੀਂ ਕੋਈ ਐਸਾ ਕਾਨੂੰਨ, ਕੋਈ ਐਸੀ ਪ੍ਰੋਵੀਜ਼ਨ ਲੈ ਕੇ ਆ ਰਹੇ ਹਾਂ ਜਿਹਦੇ ਨਾਲ ਇਹ ਨੈਗੇਟ ਹੋ ਜਾਣਗੇ, ਪ੍ਰਭਾਵਹੀਨ ਹੋ ਜਾਣਗੇ ਕੇਂਦਰੀ ਖੇਤੀ ਕਾਨੂੰਨ। ਪਰ ਫਿਰ ਵੱਡਾ ਸਵਾਲ ਉੱਥੇ ਹੀ ਆਉਂਦਾ ਹੈ ਕਿ ਰਾਜਪਾਲ ਇਹਨੂੰ ਮਨਜ਼ੂਰੀ ਦਿੰਦੇ ਹੈ ਜਾਂ ਨਹੀਂ ਦਿੰਦੇ। ਫੈਡਰਲਿਜ਼ਮ ਦੀਆਂ ਗੱਲਾਂ ਹੋ ਰਹੀਆਂ, ਪਰ ਇਸ ਫੈਡਰਲਿਜ਼ਮ ਦੀ ਸਹੀ ਅਰਥਾਂ 'ਚ ਗੱਲ ਕਰਨ ਵਾਲਾ ਹਾਲੇ ਕੋਈ ਧਿਰ ਪੰਜਾਬ ਦੇ ਵਿੱਚ ਨਹੀਂ ਹੈ। ਕੋਸ਼ਿਸ਼ਾਂ ਆਉਣ ਵਾਲੇ ਟਾਈਮ 'ਚ ਹੋ ਸਕਦੀਆਂ ਨੇ। ਕੈਮਰਾਮੈਨ ਸੂਰਜ ਦੇ ਨਾਲ ਗੁਰਪ੍ਰੀਤ ਸਿੰਘ, ਜਗਬਾਣੀ, ਚੰਡੀਗੜ੍ਹ।